देशवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 521 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 522 ਨੰਬਰ ਲੈ ਕੇ ਮੁੜ ਤੋਂ ਸਿੱਖ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿੱਥੇ ਜਿੱਥੇ ਵੀ ਬੈਠੇ ਤੁਸੀਂ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਕਈ ਵਾਰ ਮੈਂ ਸੋਚਦੀ ਨਹੀਂ ਕਿ ਅਸੀਂ ਭਾਗਾਂ ਵਾਲੇ ਆ, ਕਰਮਾਂ ਵਾਲੇ, ਜਿਹੜੇ ਕਿ ਸਾਨੂੰ ਇੰਨੇ ਸਰਲ ਜਿਹੜੇ ਆ ਲਫ਼ਜ਼ ਆ ਉਹਨਾਂ ਦੇ ਵਿੱਚ ਸਤਿਗੁਰੂ ਜੀ ਦੀ ਜਿਹੜੀ ਸੋਚ ਹੈ, ਸਤਿਗੁਰੂ ਜੀ ਦੀ ਵਿਚਾਰ ਹੈ, ਉਹ ਸੁਣਨ ਨੂੰ ਮਿਲ ਰਹੀ ਹੈ ਇਸ ਪ੍ਰੋਗਰਾਮ ਦੇ ਜ਼ਰੀਏ। ਰਣਜੀਤ ਸਿੰਘ ਰਾਣਾ ਜੀ ਨੂੰ ਵੈਸੇ ਤਾਂ ਤੁਸੀਂ ਪੂਰੀ ਸਾਰੀ ਸੰਗਤ ਜਿਹੜੀ ਹੈ ਚੰਗੀ ਤਰ੍ਹਾਂ ਜਾਣਦੇ ਹੋ, ਕਿਉਂਕਿ ਇੱਕ ਸਿੱਖ ਪੰਥਕ ਦੇ ਅੱਗੇ ਵੀ ਮੈਂ ਕਈ ਵਾਰ ਕਹਿ ਚੁੱਕੀ ਹਾਂ ਕਿ ਇੱਕ ਲਿਖਾਰੀ ਨੇ, ਕਵੀ ਨੇ, ਗੀਤਕਾਰ ਨੇ, ਇਤਿਹਾਸਕਾਰ ਨੇ ਤੇ ਪੰਥਕ ਬੁਲਾਰੇ ਤੇ ਨਾਲ ਹੀ ਨਾਲ ਸੰਗਤ ਟੈਲੀਵਿਜ਼ਨ ਦੇ ਪ੍ਰੈਜ਼ੈਂਟਰ ਵੀ ਹਨ। ਤੇ ਇੱਕ ਮਾਸਿਕ ਪੱਤਰਿਕਾ ਜਿਹੜੀ ਆ ਕਾਫੀ ਸਮੇਂ ਤੋਂ, ਕਾਫੀ ਲੰਬੇ ਸਮੇਂ ਤੋਂ ਜਿਹੜੀ ਇੰਗਲੈਂਡ ਦੀ ਧਰਤੀ ਤੇ ਜਿਹੜੀ ਆ ਉਹ ਛਪਦੀ ਆ ਰਹੀ ਆ, ਮਾਸਿਕ ਪੱਤਰਿਕਾ ਸਾਹਿਬ, ਉਹਦੇ ਸੰਪਾਦਕ ਵੀ ਹਨ। ਵੀਰ ਜੀ ਕੀ ਕਹੀਏ ਕਿ ਬਹੁਤ ਸਾਰੇ ਗੁਣਾਂ ਦੇ ਨਾਲ ਸੰਸਾਰ ਵਿੱਚ ਸਤਿਗੁਰੂ ਜੀ ਨੇ ਇਹਨਾਂ ਨੂੰ ਭੇਜਿਆ ਸੀ ਜਾ ਕੇ। ਜਿਸ ਤਰ੍ਹਾਂ ਕਿ ਇੱਕ ਸਿੱਖ ਦੀ ਸੋਚ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਦੀ ਸੋਚ ਵੀਰ ਜੀ ਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਕਹਿੰਦੇ ਕਿ ਗੁਰੂ ਦੀ ਗੱਲ ਉਹੀ ਕਰ ਸਕਦਾ ਹੈ ਜਿਹਨੂੰ ਗੁਰੂ ਨਾਲ ਪਿਆਰ ਹੁੰਦਾ ਹੈ, ਉਹਦੇ ਵਿਚਾਰ ਉਹੀ ਸਾਂਝਾ ਕਰ ਸਕਦਾ ਹੈ ਜਿਹਨੂੰ ਗੁਰੂ ਦਾ ਸਤਿਕਾਰ ਹੁੰਦਾ। ਤੇ ਵੀਰ ਜੀ ਜਿਹੜੇ ਆ ਉਸ ਵੈਸੇ ਤਾਂ ਕਹਿਣ ਸੁਣਨ ਦੀ ਕੋਈ ਲੋੜ ਨਹੀਂ, ਤੁਸੀਂ ਸਾਰੀਆਂ ਸੰਗਤਾਂ ਜਿਹੜੀਆਂ ਬਹੁਤ ਹੀ ਖੂਬਸੂਰਤੀ ਦੇ ਨਾਲ ਵੀਰ ਜੀ ਨੂੰ ਜਾਣਦੇ। ਵੀਰ ਜੀ, ਅੱਜ ਦਾ ਸਵਾਲ ਮੇਰਾ ਹੈਗਾ ਕਿ ਦਮਦਮਾ ਸਾਹਿਬ ਸਤਿਗੁਰੂ ਜੀ ਕਾਫੀ ਸਮਾਂ ਰਹੇ, ਉੱਥੇ ਸਤਿਗੁਰੂ ਜੀ ਨੇ ਅੰਮ੍ਰਿਤ ਸੰਚਾਰ ਵੀ ਕੀਤਾ, ਜਿਹੜਾ ਕਿ ਤੁਸੀਂ ਦੱਸਿਆ ਸੀ ਕਿ ਵੱਡੇ ਪੱਧਰ ਤੇ ਉਸ ਤਰ੍ਹਾਂ ਦਾ ਅੰਮ੍ਰਿਤ ਸੰਚਾਰ ਪਹਿਲਾਂ ਸਤਿਗੁਰੂ ਜੀ ਨੇ ਨਹੀਂ ਸੀ ਕੀਤਾ, ਉਸ ਧਰਤੀ ਤੇ ਹੋਇਆ। ਉਸ ਅੰਮ੍ਰਿਤ ਸੰਚਾਰ ਦੇ ਦੌਰਾਨ ਕੋਈ ਯਾਦਗਾਰੀ ਘਟਨਾ ਉਸ ਸਮੇਂ ਜਿਹੜੀ ਵਾਪਰੀ ਹੋਵੇ, ਜਿਸ ਵਿੱਚੋਂ ਸਤਿਗੁਰੂ ਜੀ ਦੀ ਅਗੰਮੀ ਸਮਰੱਥਾ ਤੇ ਉਹਨਾਂ ਦਾ ਜਲਵਾ ਜਿਹੜਾ ਉਹ ਜ਼ਾਹਰ ਹੁੰਦਾ ਹੋਵੇ, ਉਹਦੇ ਬਾਰੇ ਤੁਸੀਂ ਸੰਗਤਾਂ ਦੇ ਨਾਲ ਜੇ ਕੋਈ ਸਾਂਝ ਪਾਉਣੀ ਚਾਹੁੰਦੇ ਤਾਂ ਜ਼ਰੂਰ ਤੁਸੀਂ ਸੰਗਤਾਂ ਨਾਲ ਉਹ ਸਮੇਂ ਦੀ ਹਾਲਾਤ, ਉਸ ਸਮੇਂ ਦੀ ਗੱਲਬਾਤ ਜਿਹੜੀ ਉਹ ਸਾਂਝੀ ਕਰ ਸਕਦੇ ਹੋ। ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਲੜੀ ਜੋੜਨ ਲਈ। ਸਤਿਗੁਰੂ ਦੀ ਹਰ ਗੱਲ ਹੀ, ਕਿਉਂਕਿ ਸਤਿਗੁਰੂ ਦੀ ਪਹੁੰਚ ਅਗੰਮ ਤੱਕ ਆ ਜੀ, ਇਸ ਕਰਕੇ ਉਹਦੀ ਹਰ ਗੱਲ ਵੀ ਅਗੰਮੀ ਆ ਜੀ। ਅੰਮ੍ਰਿਤ ਸੰਚਾਰ ਹੋਇਆ ਵੱਡੇ ਪੱਧਰ ਤੇ, ਵਿਸ਼ਾਲ ਪੱਧਰ ਤੇ ਜੀ। ਖਾਲਸੇ ਦੀ ਮਹਿਮਾ ਉਚਾਰਨੀ ਵੀ, ਇਹ ਵੀ ਤਾਂ ਸਤਿਗੁਰੂ ਦੀ ਅਗੰਮੀ ਗੱਲ ਆ ਨਾ ਜੀ ਜੀ। ਪਰ ਤੁਸੀਂ ਕਿਹਾ ਜਿਹਦੇ ਵਿੱਚੋਂ ਸਤਿਗੁਰੂ ਦੀ ਸਮਰੱਥਾ ਵੀ ਝਲਕਦੀ ਹੋਵੇ, ਮੈਨੂੰ ਘਟਨਾ ਯਾਦ ਆਉਂਦੀ ਆ। ਇਹ ਸੁਣ ਕੇ ਕਿ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਵਿੱਚ ਬਹੁਤ ਵਿਸ਼ਾਲ ਪੱਧਰ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਤੇ ਮਾਲਵੇ ਦੇ ਆਲੇ ਦੁਆਲੇ ਇਲਾਕੇ ਤੋਂ ਸੰਗਤਾਂ ਤਾਂ ਵੈਸੇ ਕਾਬਲ ਕੰਧਾਰ ਤੱਕ ਤੋਂ ਵੀ ਆਈਆਂ। ਹਾਂਜੀ, ਬੁਰਹਾਨਪੁਰ, ਦਿੱਲੀ, ਦੂਰ ਦੂਰ, ਉਦੋਂ ਦੇਸ਼ ਕਿਹਾ ਜਾਂਦਾ ਹੁੰਦਾ ਸੀ ਵੱਖ-ਵੱਖ ਸੂਬਿਆਂ ਨੂੰ ਵੀ ਜੀ ਜੀ, ਵੀ ਦੂਰ ਦੇਸ਼ ਤੋਂ ਵੀ ਸੰਗਤਾਂ ਆਈਆਂ। ਸ਼ਬਦ ਦੂਰ ਦੇਸ਼ ਵਰਤਿਆ ਜਾਂਦਾ ਸੀ ਆਮ ਤੌਰ ਤੇ, ਦੱਖਣ ਦੇਸ਼ ਵਰਤਿਆ ਜਾਂਦਾ ਸੀ, ਚੌਹਾਂ ਦਿਸ਼ਾਵਾਂ ਤੋਂ ਕਹਿ ਸਕਦੇ ਹਾਂ ਜੀ। ਪਰ ਚੌਹਾਂ ਦਿਸ਼ਾਵਾਂ ਤੋਂ ਜਦੋਂ ਗੁਰਬਾਣੀ ਗੱਲ ਕਰਦੀ ਕਹਿੰਦੀ 10 ਦਿਸ਼ਾਵਾਂ ਜੀ ਜੀ ਜੀ, ਯਾਨੀ ਕਿ 4 ਦਿਸ਼ਾਵਾਂ ਇਦਾਂ ਹੋ ਗਈਆਂ। ਹਾਂਜੀ, ਚਾਰਾਂ ਦੇ ਵਿੱਚ ਫਿਰ ਦਿਸ਼ਾ ਆ ਜੀ, ਇੱਕ ਪਾ ਕੇ ਫਿਰ ਬਾਕੀ, ਪਰ ਇੱਕ ਦਿਸ਼ਾ ਉੱਤੇ ਇੱਕ ਥੱਲੇ, ਯਾਨੀ ਕਿ 10 ਦਿਸ਼ਾਵਾਂ ਦੀ ਗੱਲ ਵੀ ਗੁਰਬਾਣੀ ਨੇ ਕੀਤੀ ਆ। ਜਦੋਂ ਅਧਿਆਤਮਿਕ ਜਦੋਂ ਬਰੀਕੀ ਚ ਹੋ ਜਾਂਦੇ ਆ, ਖੈਰ ਯਾਨੀ ਕਿ ਹਰ ਬੰਨੇ ਉੱਥੇ। ਪਰ ਮਾਲਵਾ, ਕਿਉਂਕਿ ਮਾਲਵੇ ਵਿੱਚ ਸਤਿਗੁਰੂ ਬੈਠੇ ਸੀਗੇ ਔਰ ਜਿਨ੍ਹਾਂ ਇਲਾਕਿਆਂ 'ਚ ਸਤਿਗੁਰੂ ਵਿਚਰੇ ਸੀਗੇ, ਹਾਂਜੀ, ਉਹਨਾਂ ਇਲਾਕਿਆਂ ਤੋਂ ਫਿਰ ਬਹੁਤ ਸੰਗਤਾਂ ਆਈਆਂ, ਕਿਉਂਕਿ ਜਿੱਥੇ ਜਿੱਥੇ ਪ੍ਰਚਾਰ ਕੀਤਾ ਹੋਇਆ ਸੀ ਵੀ ਅੰਮ੍ਰਿਤ ਸੰਚਾਰ ਹੋਣਾ, ਸਤਿਗੁਰੂ ਵੱਲੋਂ ਸੁਨੇਹੇ ਵੀ ਭੇਜੇ ਹੋਣਗੇ, ਸਤਿਗੁਰੂ ਦੀ ਗੱਲਾਂ ਵੀ ਸੁਣੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਹੜੇ ਉਦੋਂ ਅੰਮ੍ਰਿਤ ਛਕ ਲਿਆ, ਜਿੱਥੇ ਜਿੱਥੇ ਕੀਤੇ ਸੀ ਉਹਨਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਨੇ ਨਹੀਂ ਛਕਿਆ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉਹਨਾਂ ਦਾ ਜੀਵਨ ਦਾ ਬਦਲਾਅ ਦੇਖ ਕੇ ਉਹ ਵੀ ਲੋਕ ਆਏ। ਸੋ ਦਮਦਮਾ ਸਾਹਿਬ ਦੀਨਾ ਕਾਂਗੜ ਤੋਂ, ਕੋਟ ਕਪੂਰੇ ਤੋਂ, ਮੁਕਤਸਰ ਤੋਂ, ਲੰਮੇ ਪਿੰਡ ਤੋਂ, ਰਾਏਕੋਟ ਤੋਂ, ਢਿਲਵਾਂ ਸੁੜੀਆਂ ਤੋਂ, ਰਾਮੇਆਣਾ ਤੋਂ, ਤਖਤੂਪੁਰਾ ਤੋਂ, ਕਮਾਲਪੁਰਾ ਤੋਂ, ਮੋਹੀ ਪਿੰਡ ਤੋਂ, ਚੱਕ ਭਾਈਕੇ ਤੋਂ, ਚੱਕ ਰੂਪੇ ਤੋਂ, ਬਹਿਬਲ ਤੋਂ, ਬਰਗਾੜੀ ਤੋਂ, ਭੂੰਦੜ ਤੋਂ, ਮਲੂਕੇ ਤੋਂ, ਇਹਨਾਂ ਸਾਰੀਆਂ ਇਲਾਕਿਆਂ ਦੀਆਂ ਸੰਗਤਾਂ ਜਿਹੜੀਆਂ ਆਲੇ ਦੁਆਲੇ ਦਾ ਸੀ ਇਲਾਕਾ ਸਾਰਾ, ਜਿਹੜੇ ਸਾਰੇ ਮਾਲਵੇ ਦੇ ਵੱਡੇ ਸਾਰੇ ਕਸਬਿਆਂ ਪਿੰਡਾਂ ਤੋਂ ਸੰਗਤਾਂ ਆਈਆਂ। ਖਾਸ ਕਰਕੇ ਜਿੱਥੇ ਜਿੱਥੇ ਸਤਿਗੁਰੂ ਘੁੰਮੇ ਸਨ, ਜਿੱਥੇ ਜਿੱਥੇ ਸਤਿਗੁਰੂ
ਵਿਚਰੇ ਸਨ, ਉਹ ਪ੍ਰਭਾਵ ਦੇ ਨਾਲ ਵੀ ਆਉਣਾ ਬਣਦਾ ਸੀ। ਉਹਨਾਂ ਨੇ ਆ ਕੇ ਅੰਮ੍ਰਿਤ ਛਕਿਆ। ਹੁਣ ਜਦੋਂ ਅੰਮ੍ਰਿਤ ਛਕ ਲੈਣਾ ਆ ਤੇ ਸਤਿਗੁਰੂ ਬਾਅਦ ਚ ਉਪਦੇਸ਼ ਵੀ ਕਰ ਰਿਹਾ ਆ, ਸਾਰਾ ਕੁਝ ਕਰ ਰਿਹਾ, ਤੇ ਸੰਗਤਾਂ ਨੇ ਵਾਰੀ-ਵਾਰੀ, ਕਿਸੇ ਨੇ ਇੱਕ ਦਿਨ ਬਾਅਦ 'ਚ ਜਾਣਾ, ਕਿਸੇ ਨੇ 2 ਦਿਨ ਬਾਅਦ ਜਾਣਾ। ਉਦੋਂ ਸਾਡੇ ਵਰਗਾ ਜੀਵਨ ਤਾਂ ਨਹੀਂ ਸੀ ਹੁੰਦਾ ਵੀ ਕਿਸੇ ਨੂੰ ਮਿਲਣ ਵੀ ਗਏ ਆ ਤੇ ਖੜੇ-ਖੜੇ ਮਿਲ ਕੇ ਆ ਗਏ। ਹਾਂਜੀ ਹਾਂਜੀ। ਸਾਡੇ ਜੀਵਨ 'ਚ ਅੱਜ ਕੱਲ੍ਹ ਉਹ ਠਹਿਰਾ ਨਹੀਂ ਰਿਹਾ ਜੀ। ਤੇ ਤਦੇ ਅਸੀਂ ਇਕਾਗਰ ਚਿੱਤ ਨਹੀਂ ਹੋ ਸਕਦੇ ਜਦ ਤੱਕ ਠਹਿਰਾ ਨਹੀਂ, ਜਦ ਤੱਕ ਸਹਿਜ ਨਹੀਂ, ਉਦ ਤੱਕ ਇਕਾਗਰਤਾ ਨਹੀਂ ਜੀ। ਜਿਹੜਾ ਪੁਰਾਣਾ ਜੀਵਨ ਸੀਗਾ ਸਾਡੇ, ਅਸੀਂ ਬਜ਼ੁਰਗਾਂ ਦਾ ਜੀਵਨ ਦੇਖ ਲਈਏ, ਇੱਕ ਪੀੜ੍ਹੀ ਪਹਿਲਾਂ ਲਿਜਾ ਕੇ ਜੀਵਨ ਦੇਖੀਏ, ਜਦੋਂ 1 ਜਾਂ 2 ਪੀੜ੍ਹੀਆਂ ਆਪਣੇ ਦਾਦਿਆਂ ਤੱਕ ਜੀਵਨ ਦੇਖੇ, ਦਾਦਿਆਂ ਦਾਦੀਆਂ ਦਾ ਜੀਵਨ ਦੇਖੀਏ, ਉਹਨਾਂ ਦੇ ਜੀਵਨ 'ਚ ਠਹਿਰਾ ਬੜਾ ਸੀਗਾ। ਜੀ ਜੀ। ਪਿੰਡ 'ਚ ਰਹਿੰਦੇ ਖਾਸ ਕਰਕੇ, ਜਦੋਂ ਪਿੰਡ 'ਚ ਰਹਿੰਦੇ ਸੀਗੇ, ਮੈਂ ਪਿੰਡ ਦੀ ਜ਼ਿੰਦਗੀ ਦੇਖੀ ਆ, ਇੰਨਾ ਠਹਿਰਾ ਹੁੰਦਾ ਸੀਗਾ ਵੀ ਦੁਪਹਿਰਾਂ ਵਾਲੇ ਬੈਠ ਕੇ ਤਾਸ਼ ਵੀ ਖੇਡਦੇ ਹੁੰਦੇ ਸੀਗੇ ਜੀ, ਘੰਟਿਆਂ ਵਧੀ ਖੇਡਦੇ ਸੀ, ਫਿਕਰ ਨਹੀਂ ਸੀ ਹੁੰਦਾ ਜੀ ਵੀ ਕੋਈ, ਕਿਉਂਕਿ 6 ਮਹੀਨੇ ਬਾਅਦ 3 ਮਹੀਨੇ 6 ਮਹੀਨੇ ਬਾਅਦ ਫਸਲ ਆਉਣੀ ਆ, ਤੇ ਉਹ ਠਹਿਰਾ ਜਿਹੜਾ ਸੀਗਾ ਉਹਦੇ ਕਰਕੇ ਚਿਹਰਿਆਂ ਤੇ ਸ਼ਾਂਤੀ ਵੀ ਸੀ। ਤੇ ਉਹ ਫਿਰ ਜਦੋਂ ਹੁਣ ਸੰਗਤਾਂ ਜੋੜ ਕੇ, ਤੇ ਇੰਨਾ ਰਸਤੇ ਦਾ ਪੈਣਾ ਵੀ ਇਦਾਂ ਨਹੀਂ ਕਿ ਅੱਜ ਤੋਂ ਤੇ ਉਸ ਦੂਜੇ ਦਿਨ ਤੁਸੀਂ ਆਪਣੇ ਪਿੰਡ ਵੀ ਪਹੁੰਚ ਜਾਣਾ, ਇਦਾਂ ਵੀ ਨਹੀਂ। 7 8 10 ਕੋਹ ਤੇ ਜਾ ਕੇ ਪੈਣਾ ਕਰਕੇ ਗੱਡੇ ਤੇ ਜਾਣਾ ਆ, 7 ਕੋਹ ਪੈਣਾ ਕਰਨਾ ਬਹੁਤ ਵੱਡੀ ਗੱਲ ਆ ਜੀ। ਤੇ ਸੋ ਕੋਈ 1 ਦਿਨ ਬਾਅਦ ਜਾ ਰਿਹਾ, ਕੋਈ 2 ਦਿਨ ਬਾਅਦ ਜਾ ਰਿਹਾ, ਕੋਈ 4 ਦਿਨ ਬਾਅਦ ਜਾ ਰਿਹਾ, ਕੋਈ 3 ਦਿਨ ਬਾਅਦ ਜਾ ਰਿਹਾ, ਤੇ ਜਿਹੜਾ ਬੰਦਾ 1 2 3 4 ਦਿਨ ਜਾ ਰਿਹਾ, ਤੇ ਜਾਣ ਤੋਂ ਪਹਿਲਾਂ ਸਤਿਗੁਰੂ ਤੋਂ ਆਗਿਆ ਲੈਣ ਆਉਂਦਾ, ਜਿਹੜੀ ਉਹ ਪਿਰਤ ਸੀ। ਜੀ ਜੀ। ਇਹ ਪਿਰਤਾਂ ਅੱਜ ਵੀ, ਜੇ ਕਿਤੇ ਆਪਾਂ ਇਸ ਗੱਲ ਨੂੰ ਦੇਖਣਾ ਤੇ ਅੱਜ ਵੀ ਪਿਰਤਾਂ ਦੇਖ ਲਓ, ਕਿਸੇ ਆਪਾਂ ਮਹਾਂਪੁਰਸ਼ ਜਿੱਥੇ ਬੈਠੇ ਹੋਣ ਡੇਰੇ 'ਚ ਜਾਈਏ, ਉਹਨਾਂ ਨੂੰ ਮਿਲੀਏ ਗਿਲੀਏ, ਤੇ ਜਦੋਂ ਵਾਪਸ ਆਉਣਾ ਹੁੰਦਾ ਉਹਨੂੰ ਤੋਂ ਆਗਿਆ ਲੈ ਕੇ ਆਗਿਆ ਲਈਦੀ ਆ। ਔਰ ਇਹ ਸਤਿਗੁਰੂ ਤਾਂ ਸਮਰੱਥ ਸੀ, ਉਹਨਾਂ ਕੋਲ ਤਾਂ ਵੱਡੇ ਵੱਡੇ ਮਹਾਂਪੁਰਖ ਯੋਗੀ ਸਿੱਧਾ ਆ ਕੇ ਵੀ ਆਗਿਆ ਲੈ ਕੇ ਸਤਿਗੁਰੂ ਨੂੰ ਨਮਸਕਾਰਾਂ ਕਰਕੇ ਜਾਣ ਤੋਂ ਲੱਗਿਆ ਫਿਰ ਆਗਿਆ ਲੈਣ ਦੀ ਗੱਲ ਹੁੰਦੀ ਸੀ। ਸੋ ਜਿਹੜਾ ਜਥੇਦਾਰ ਜਾ ਰਿਹਾ ਆ, ਸਤਿਗੁਰੂ ਤੋਂ ਬਖਸ਼ਿਸ਼ਾਂ ਲੈਣੀਆਂ, ਸਤਿਗੁਰੂ ਤੋਂ ਥਾਪੜੇ ਲੈਣੇ, ਸਤਿਗੁਰੂ ਤੋਂ ਪ੍ਰਸ਼ਾਦ ਲੈਣਾ, ਤੇ ਸਤਿਗੁਰੂ ਕੋਲੋਂ ਆਗਿਆ ਲੈਣ ਜਾਣਾ ਹੈ। ਜੀ ਜੀ। ਸਤਿਗੁਰੂ ਦੇ ਸਰੋਪੇ ਵੀ ਦੇਣੇ ਜਾਣ ਲੱਗਿਆ ਸਾਰਿਆਂ ਨੂੰ, ਜਿੰਨੀ ਸੇਵਾ ਕਿਸੇ ਦੀ ਉਸ ਹਿਸਾਬ ਦੇ ਨਾਲ ਸਤਿਗੁਰੂ ਨੇ ਬਖਸ਼ਿਸ਼ਾਂ ਵੀ ਵੰਡਣੀਆਂ ਆ। ਸੋ ਵਾਰੀ ਕੋਈ 1 ਦਿਨ ਕੋਈ 2 ਦਿਨ ਵੀ ਰਸ਼ ਘੱਟ ਲਵੇ, ਆਪਾਂ 4 ਦਿਨ ਬਾਅਦ ਚੱਲਾਂਗੇ। ਇੱਦਾਂ ਹੀ ਜਦੋਂ ਵਾਰੀ ਇੱਦਾਂ ਸੰਗਤਾਂ ਜਾ ਰਹੀਆਂ ਆ, ਤੇ ਜਿਹੜੇ ਔਰ ਕੱਲਾ ਤਾਂ ਆਉਂਦਾ ਨਹੀਂ ਸੀ ਹੁੰਦਾ, ਆਲੇ ਦੁਆਲੇ ਦੇ ਕੁਝ ਪਿੰਡਾਂ ਦੇ ਲੋਕ ਵੱਡਾ ਜਥਾ ਜੋੜ ਕੇ, ਰਾਹ 'ਚ ਕੋਈ ਲੁੱਟ ਮਾਰ ਨਾ ਹੋਵੇ, ਰਾਹ 'ਚ ਕੋਈ ਡੱਕੇ ਨਾ, ਹਥਿਆਰਬੰਦ ਹੋ ਕੇ ਤੁਰਦੇ ਹੁੰਦੇ ਸੀਗੇ। ਉਦੋਂ ਅੱਜ ਵਰਗਾ ਪੁਲਿਸ ਪ੍ਰਬੰਧ ਨਹੀਂ ਸੀਗਾ, ਅੱਜ ਵਰਗਾ ਸੜਕਾਂ ਦਾ ਪ੍ਰਬੰਧ ਨਹੀਂ ਸੀ, ਮਾਲਵੇ ਦਾ ਇਲਾਕਾ ਤਾਂ ਹੈ ਹੀ ਜੰਗਲ ਦਾ ਇਲਾਕਾ ਸੀਗਾ। ਤੇ ਜਿਹੜੇ ਲੋਕ ਸੀ ਕੋਟਕਪੂਰੇ ਦੇ, ਢਿਲਵਾਂ ਸੋਢੀਆਂ ਦੇ, ਰਾਮੇਆਣਾ ਦੇ, ਜਿਹੜੇ ਇਸ ਇਲਾਕੇ ਦੇ ਲੋਕ ਸੀਗੇ, ਜਿੰਨਾ ਕਾਂਗੜ ਦੇ, ਇਹਨਾਂ ਇਲਾਕਿਆਂ ਦੇ ਜਿਹੜੇ ਲੋਕ ਸੀਗੇ, ਉਹ ਇਕੱਠੇ ਹੋ ਕੇ ਉੱਧਰੋਂ ਆਏ ਸੀ, ਜਿਹੜੇ ਇੱਧਰਲੇ ਪਿੰਡਾਂ ਤੋਂ। ਜਦੋਂ ਇਕੱਠੇ ਹੋ ਕੇ ਆਏ ਸੀਗੇ ਤੇ ਉਹਨਾਂ ਨੇ ਇਕੱਠੇ ਹੋ ਕੇ ਆਗਿਆ ਮੰਗੀ ਵੀ ਅਸੀਂ ਜਾਵਾਂਗੇ, ਜਿਸੇ ਦੇ ਪਿੰਡ ਆਊਗਾ ਉੱਥੋਂ ਤੋਂ ਵਿਛੜਦੇ ਜਾਵਾਂਗੇ। ਤੇ ਜਦੋਂ ਸਤਿਗੁਰੂ ਦੇ ਕੋਲੋਂ ਇਹ ਆਗਿਆ ਲੈਣ ਆਏ ਨਾ, ਤੇ ਸਤਿਗੁਰੂ ਨੇ ਸੁਭਾਵਕ ਹੀ ਉਹਨਾਂ ਦਾ ਹਾਲ ਚਾਲ ਵੀ ਪੁੱਛਣਾ ਸੀ ਵੀ ਕਿੱਦਾਂ ਇਲਾਕੇ 'ਚ ਸਾਰਾ ਕੁਝ ਠੀਕ ਚੱਲ ਰਿਹਾ। ਇਹ ਸਤਿਗੁਰੂ ਸਾਰਿਆਂ ਦੇ ਰੱਖਦਾ, ਸਤਿਗੁਰੂ ਸਭਨਾਂ ਦਾ ਭਲਾ ਬਣਾਏਂਦਾ, ਔਰ ਉਸ ਭਲਾ ਬਣਾਉਣ ਦੇ ਵਿੱਚ ਸਤਿਗੁਰੂ ਹਾਲ ਚਾਲ ਵਿੱਚ ਘਰ ਪਰਿਵਾਰਾਂ 'ਚ ਸੁੱਖ ਸਾਂਦ ਆ, ਇਹ ਕੰਮਕਾਰ ਵੀ ਠੀਕ ਆ, ਨਿਤਨੇਮ ਚੱਲ ਰਿਹਾ। ਔਰ ਉਦੋਂ ਪਹਿਲੀ ਵੱਡੀ ਗੱਲ ਹੁੰਦੀ ਸੀ, ਸਿੱਖ ਵੀ ਸਿੱਖ ਨੂੰ ਮਿਲਦਾ ਹੁੰਦਾ ਸੀ ਨਾ, ਤੇ ਪੁੱਛਦਾ ਹੁੰਦਾ ਤੇਰਾ ਨਿਤਨੇਮ ਕਿੱਦਾਂ ਆ, ਤੇਰਾ ਅੰਮ੍ਰਿਤ ਵੇਲਾ ਕਿੱਦਾਂ ਆ, ਤੇਰਾ ਬਾਣੀ ਦਾ ਜਾਪ ਕਿੱਦਾਂ, ਤੇਰੇ ਮਨ ਦਾ ਟਿਕਾ ਕਿੱਦਾਂ ਆ। ਇਹ ਸਵਾਲ ਅੱਜ ਅਸੀਂ ਇਹ ਸਵਾਲ ਨਹੀਂ ਪੁੱਛਦੇ, ਅੱਜ ਅਸੀਂ ਪੁੱਛਦੇ ਕੰਮ ਕਿੱਦਾਂ, ਅੱਜ ਕੱਲ ਪਹਿਲਾਂ ਕੰਮ ਕਿੱਦਾਂ ਆ, ਅੱਜ ਕੱਲ ਚਲੋ ਉਹ ਵੀ ਪੁੱਛਣੇ ਬੰਦੇ ਆ, ਕਾਰ ਕਿੰਨੀ ਕੁ ਵੱਡੀ ਲੈ ਲਈ ਆ, ਘਰ ਕਿੱਦਾਂ ਵੱਡਾ ਲੈ ਲਿਆ, ਘਰ ਕਿੰਨੇ ਲੈ ਲਿਆ, ਆਪਾਂ ਇਹ ਪੁੱਛਦੇ ਆ। ਇਹ ਨਹੀਂ ਪੁੱਛਦੇ ਵੀ ਤੇਰਾ ਨਿਤਨੇਮ ਚੱਲ ਰਿਹਾ, ਤੇਰਾ ਨਿਤਨੇਮ ਕਿੱਦਾਂ ਆ, ਤੇਰੀ ਰਹਿਤਾਂ 'ਚ ਪਰਪੱਕਤਾ ਹੈਗੀ ਆ, ਤੇਰੀ ਨਿਤਨੇਮ 'ਚ ਪਰਪੱਕਤਾ ਹੈਗੀ, ਤੂੰ ਅੰਮ੍ਰਿਤ ਵੇਲਾ ਸਾਂਭਦਾ ਆ, ਤੂੰ ਕਿਹੜੇ ਵੇਲੇ ਬੈਠਦਾ, ਕਿਹੜੇ ਵੇਲੇ ਉੱਠਦਾ। ਇਹ ਗੱਲਾਂ ਜਿਹੜੀਆਂ ਸਿੱਖ ਨਾਲ ਕਰਨੀਆਂ ਚਾਹੀਦੀਆਂ, ਤਾਂ ਕਿ ਗੁਰੂ ਨਾਲ ਜੁੜੀਆਂ ਹੋਈਆਂ ਗੱਲਾਂ ਸਾਰੇ ਅੱਗੇ ਹੋਰ ਜੁੜ ਸਕਣ। ਤੇ ਸਤਿਗੁਰੂ ਪੁੱਛਦੇ ਹੁੰਦੇ ਸੀਗੇ ਕਿੱਦਾਂ ਵੀ ਨਿਤਨੇਮ 'ਚ ਪਰਪੱਕ ਹੋ ਖਾਲਸਾ ਜੀ, ਅੰਮ੍ਰਿਤ ਵੇਲਾ ਸੰਭਾਲਦੇ ਹੋ, ਇਹ ਪੁੱਛਦੇ ਹੁੰਦੇ ਸੀ ਸਤਿਗੁਰੂ। ਉਦਾਂ ਫਿਰ ਬਖਸ਼ਿਸ਼ਾਂ ਵੀ ਵੰਡਦੇ ਹੁੰਦੇ ਸੀਗੇ। ਰਹਿਤ ਹੈ ਸ਼ਸਤਰਧਾਰੀ ਹੋ, ਸ਼ਸਤਰ ਕਿੱਦਾਂ ਦਿਖਾਤਾ ਵੀ ਆਪਣਾ, ਤੇਰੀ ਕਿਰਪਾਨ ਕਿੱਦਾਂ ਦੀ ਆ, ਸਤਿਗੁਰੂ ਇਦਾਂ ਵੀ ਦੇਖ ਲੈਂਦੇ ਹੁੰਦੇ ਸੀ ਵੀ ਕਿਰਪਾਨ ਜੇ ਪਾਈ ਹੈ ਤੇ ਕਿਰਪਾਨ ਇਦਾਂ ਦੀ ਨਾ ਹੋਵੇ ਕਿ ਨੱਕ ਨੂੰ ਕਿਸੇ ਦਾ ਵੱਢ ਸਕੇ। ਹਾਂਜੀ ਵੀ ਇਹ ਕਿਰਪਾਨ ਰੱਖੀ ਹੋਈ ਹੈ ਜੰਗ ਕਰਨ ਵਾਲੀ ਆ ਕਿ ਦਾਤਰਾ ਵੱਢਣ ਵਾਲੀ ਆ, ਇਹ ਵੀ ਦੇਖ ਲੈਂਦੇ ਸੀ ਸਤਿਗੁਰੂ। ਯਾਨੀ ਕਿ ਇਹ ਸਵਾਲ ਜਵਾਬ ਪੁੱਛਣੇ ਸੀ ਸਤਿਗੁਰੂ ਨੇ। ਚਲੋ ਕੰਮਕਾਰ ਵੀ ਪੁੱਛ ਲੈਣਾ, ਇਲਾਕੇ ਦਾ ਹਾਲ ਚਾਲ ਵੀ ਪੁੱਛ ਲੈਣਾ, ਕੋਈ ਆਲੇ ਦੁਆਲੇ ਦਾ, ਕੋਈ ਰੰਗੜ, ਕੋਈ ਮੁਗਲ, ਕੋਈ ਤੁਰਕ ਤੰਗ ਤਾਂ ਨਹੀਂ ਕਰਦਾ, ਇਹ ਵੀ ਪੁੱਛ ਲੈਣਾ। ਗੁੱਟ ਬਣਾ ਕੇ ਰਹੋ, ਇਕੱਠੇ ਹੋ ਕੇ ਰਹੋ, ਇਹ ਵੀ ਗੱਲਾਂ ਕਰਨੀਆਂ। ਤੇ ਜਦੋਂ ਸਤਿਗੁਰੂ ਨੇ ਹਾਲ ਚਾਲ ਪੁੱਛਿਆ ਸੁਭਾਵਿਕ ਤੌਰ ਤੇ ਮੋਹਤ ਵੀ ਰੱਖਣ ਲੱਗੇ ਵੀ ਬਾਕੀ ਸਾਰਾ ਕੁਝ ਠੀਕ ਆ, ਜਿੱਦਾਂ ਤੁਸੀਂ ਛੱਡ ਕੇ ਆਏ ਸੀ ਉੱਦਾਂ ਤਾਂ ਸਤਿਗੁਰੂ ਤੁਹਾਡੀ ਬਖਸ਼ਿਸ਼ਾਂ ਵਰ ਰਹੀਆਂ। ਪਰ ਚੌਧਰੀ ਕਪੂਰਾ ਜਿਹੜਾ ਸੀ ਨਾ, ਉਹਨੂੰ ਤੁਰਕਾਂ ਨੇ ਸੂਲੀ ਦੇ ਕੇ, ਸੂਲੀ ਚਾੜ ਕੇ ਮਾਰ ਦਿੱਤਾ ਆ। ਠੀਕ ਹੈ। ਚੌਧਰੀ ਸਤਿਗੁਰੂ ਉੱਥੇ ਰਹੇ ਸੀ, ਬੇਸ਼ੱਕ ਉਹਨੇ ਕਲਾ ਨਹੀਂ ਸੀ ਦਿੱਤਾ, ਉਹ ਕਹਿੰਦਾ ਮੈਨੂੰ ਤੁਰਕ ਛੁਰੀ ਜਾੜ ਕੇ ਮਾਰ ਦੇਣਗੇ। ਸਤਿਗੁਰੂ ਨੂੰ ਬਚਨ ਵੀ ਕੀਤਾ ਸੀ, ਸਾਰੇ ਇਲਾਕੇ ਨੂੰ ਪਤਾ ਸਤਿਗੁਰੂ ਨੇ ਬਚਨ ਕੀਤਾ ਸੀ। ਤੇ ਨਾਲ ਉਹ ਕਹਿੰਦੇ ਸਤਿਗੁਰੂ ਜੀ ਜਿੱਦਾਂ ਤੁਸੀਂ ਕਿਹਾ ਸੀ
ਬਿਲਕੁਲ ਉੱਦਾਂ ਹੀ ਉਹਨੂੰ ਸੂਲੀ ਤੇ ਚਾੜਿਆ ਗਿਆ, ਉੱਦਾਂ ਹੀ ਉਹਦੇ ਮੂੰਹ ਤੇ ਗੰਦ ਰੱਖਿਆ ਗਿਆ ਜੀ ਤੇ ਉਹਨੂੰ ਗੰਦ ਰੱਖ ਕੇ ਉਹਨੂੰ ਸੂਲੀ ਦਿੱਤੀ ਗਈ। ਉਹਨੂੰ ਤੁਰਕਾਂ ਨੇ ਸੂਲੀ ਚਾੜ ਕੇ ਮਾਰ ਦਿੱਤਾ। ਜੀ ਕੋਲ ਇੱਕ ਸਿੰਘ ਖੜਾ ਸੀਗਾ, ਸਤਿਗੁਰੂ ਦੇ ਗੜਵਈਆਲ ਵਾਲੇ ਸਿੰਘ ਹੁੰਦੇ ਸੀ, ਉਹ ਕਹਿੰਦੇ ਵੀ ਹੁਣ ਅਬੇ ਰਾਮ ਵੀ ਉੱਥੇ ਬੈਠਾ ਆ, ਜਿਹੜਾ ਅੰਮ੍ਰਿਤ ਛਕਣਾ। ਹਾਂਜੀ ਆਪਾਂ ਜ਼ਿਕਰ ਕੀਤਾ ਨਾ ਪਿਛਲੇ ਐਪੀਸੋਡ ਦੇ ਵਿੱਚ, ਇਹ ਕੌਲ ਸੋਢੀ ਦਾ ਪੁੱਤਰ। ਹਾਂਜੀ ਉਹ ਕਹਿੰਦੇ ਵੀ ਉਹਦੇ ਬਾਰੇ ਤਾਂ ਕੌਲ ਸੋਢੀ ਕਹਿੰਦਾ ਸੀਗਾ ਕਿ ਕੋਈ ਬਚਨ ਉਹਨਾਂ ਸਿੰਘਾਂ ਨੇ ਨਾਲ ਸੁਣੇ ਹੋਏ ਸੀਗੇ। ਜਦੋਂ ਢਿਲਵਾਂ ਗਿਆ ਸੀਗੇ, ਜਦੋਂ ਕਿਹਾ ਸੀ ਸਤਿਗੁਰੂ ਨੇ ਵੀ ਅਸੀਂ ਤਬੂਰੀ ਦੇ ਕਪੂਰ ਦੇ ਜੜਾ ਪਾਟਾ ਹੈ, ਤੇ ਕੌਲ ਸੋਢੀ ਨੇ ਕਿਹਾ ਸੀ ਕਿਉਂਕਿ ਉਹਦਾ ਚੇਲਾ ਸੀਗਾ ਜੀ ਵੀ ਕਪੂਰੀ ਦੀਆਂ ਜੜ੍ਹਾਂ ਤਾਂ ਸਾਡੇ ਢਿੱਡ 'ਚ ਆ, ਹਾਂਜੀ ਉਹ ਸਾਡੀਆਂ ਅੰਦਰਾਂ ਨੂੰ ਕੋਈ ਹੱਥ ਪਾਊ ਤੇ ਤਾਂ ਹੀ ਜੜ੍ਹਾਂ ਖਿੱਚਣਗੇ, ਉੱਦਾਂ ਕਿਤੇ ਖਿੱਚਣਗੀਆਂ। ਜੀ ਤੇ ਸਤਿਗੁਰੂ ਨੇ ਉਦੋਂ ਵਚਨ ਕੀਤਾ ਸੀ ਕੋਈ ਗੱਲ ਨਹੀਂ ਕੌਲ ਸੋਢੀ ਜੀ, ਤੁਸੀਂ ਆਪੇ ਹੀ ਜਦੋਂ ਤੁਹਾਡੀਆਂ ਅੰਦਰਾਂ ਨੂੰ ਸੇਕ ਲੱਗਾ ਨਾ, ਤੁਸੀਂ ਆਪੇ ਉਹਦੀਆਂ ਜੜ੍ਹਾਂ ਪੱਟ ਕੇ ਬਾਹਰ ਸਿੱਟ ਦੇਣੀਆਂ, ਤੁਸੀਂ ਸਿੱਟੋਗੇ। ਇਹ ਸਤਿਗੁਰੂ ਨੇ ਵਚਨ ਕੀਤਾ ਸੀਗਾ। ਤੇ ਉਹ ਕਹਿੰਦੇ ਵੀ, ਤੇ ਉਹ ਹੁਣ ਸਿੰਘ ਕਿਹੜਾ, ਉਹ ਕਹਿੰਦਾ ਵੀ ਇਹ ਕਿੱਦਾਂ ਹੋ ਗਿਆ? ਕੌਲ ਸੋਢੀ ਦਾ ਕਹਿੰਦਾ ਸੀ ਉਹਦੀਆਂ ਜੜ੍ਹਾਂ ਮੇਰੇ ਢਿੱਡ 'ਚ ਆ, ਕੋਈ ਮੇਰੀਆਂ ਅੰਦਰਾਂ ਨੂੰ ਹੱਥ ਪਾਉ ਤੇ ਤਾਂ ਹੀ ਜਿਹੜਾ ਪੱਟ ਫੁੱਟ ਗਿਆ। ਤੇ ਸਤਿਗੁਰੂ ਜੀ ਤੁਸੀਂ ਸਾਨੂੰ ਪਾਉਣਾ ਨਹੀਂ, ਤੁਸੀਂ ਤਾਂ ਸਾਨੂੰ ਨਵਾਜ ਦਿਆ, ਅਸੀਂ ਤੁਹਾਡੇ ਸਿੱਖ ਬਣ ਚੁੱਕੇ ਆ, ਤੁਸੀਂ ਸਾਡੀ ਜਿਹੜਾ ਨੂੰ ਕਿੱਦਾਂ? ਸਤਿਗੁਰੂ ਨੇ ਕਿਹਾ ਸੀ ਆਪੇ ਫਿਰ ਜੋ ਤੇਰੀਆਂ ਅੰਦਰਾਂ ਨੂੰ ਹੱਥ ਪਾਊਗਾ ਤੂੰ ਜਿਹੜਾ ਪੱਟ ਕੇ ਆਪੇ ਸਿੱਟੇਗਾ, ਅਸੀਂ ਕੁਝ ਨਹੀਂ ਕਰਨਾ, ਪਰ ਬਚਨ ਸਾਡਾ ਟਲਿਆ। ਤੇ ਉਹ ਕਹਿੰਦੇ ਸਿੱਖ ਨੇ ਹੁਣ ਪੁੱਛ ਲਿਆ ਵੀ ਇਹ ਕਿੱਦਾਂ ਹੋ ਗਿਆ? ਹੁਣ ਅਭੈ ਰਾਮ ਵੀ ਉੱਥੇ ਬੈਠਾ, ਬਾਕੀ ਸਾਰੇ ਵੀ, ਤੇ ਵਿੱਚੋਂ ਜਿਹੜਾ ਬੰਦਾ ਸੀਗਾ ਅਭੈ ਰਾਮ ਤਾਂ ਵਿਚਾਰਾ ਉਹਨੂੰ ਘਟਨਾ ਇੰਨੀ ਦੁਖਦਾਈ ਸੀਗੀ, ਉਹ ਵਿਚਾਰਾ ਬੋਲਿਆ ਨਹੀਂ, ਚੁੱਪ ਕਰਕੇ ਬੈਠ ਗਿਆ। ਠੀਕ ਅਭੈ ਰਾਮ ਹੁਣ ਅਭੈ ਸਿੰਘ ਬਣ ਚੁੱਕਾ, ਹਾਂਜੀ ਅੰਮ੍ਰਿਤ ਛਕ ਲਿਆ ਹੋਇਆ ਉਹਨੇ, ਪਰ ਉਹ ਬੋਲਿਆ ਨਹੀਂ। ਤੇ ਜਿਹੜੇ ਮੋਹਤਬਰ ਸੀ ਨਾ, ਉਹਨਾਂ ਦੱਸਿਆ ਵੀ ਢਿਲਵਾਂ ਸੋਢੀਆਂ ਦੇ ਵਿੱਚ ਕੌਲ ਸੋਢੀ ਜੀ ਨੇ ਇੱਕ ਬਹੁਤ ਵੱਡਾ ਮੇਲਾ ਲਾਇਆ ਆਪਣੇ ਵੱਡਿਆਂ ਦੀ ਯਾਦ 'ਚ, ਲਾਉਂਦੇ ਸੀ ਹਰ ਸਾਲ ਸੋਢੀਆਂ ਦੀ ਯਾਦ 'ਚ। ਸੋਢੀਆਂ ਦਾ ਮੇਲਾ ਅੱਜ ਵੀ ਲੱਗਦਾ ਹੈ ਢਿਲਵਾਂ ਸੋਢੀਆਂ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ। ਅੱਛਾ, ਵੀ ਬਹੁਤ ਵੱਡਾ ਮੇਲਾ ਲਾਇਆ ਸੀ, ਉੱਥੇ ਕਪੂਰੇ ਹੁਣੀ ਵੀ ਪਹੁੰਚੇ ਤੇ ਉਹਦੇ ਸ਼ਰੀਕ ਵੀ ਪਹੁੰਚੇ, ਜਿਹੜੇ ਕਿਉਂਕਿ ਵੱਡਿਆਂ ਬੰਦਿਆਂ ਦੇ ਸ਼ਰੀਕ ਵੀ ਵੱਡੇ ਹੁੰਦੇ ਆ, ਤੇ ਉਹਦੇ ਸ਼ਰੀਕ ਵੀ ਉੱਥੇ ਪਹੁੰਚ ਗਿਆ। ਤੇ ਜੋੜ ਮੇਲੇ ਦੇ ਵਿੱਚ ਦੋਵਾਂ ਨੇ ਮੇਲਾ ਮੇਲੇ ਵਾਂਗੂ ਬਣ ਗਿਆ ਸੀ। ਆਮ ਤੌਰ ਤੇ ਬਹੁਤੇ ਜੋੜ ਮੇਲੇ ਬੇਸ਼ੱਕ ਮੁੱਢਲੇ ਤੌਰ ਤੇ ਧਰਮ ਨਾਲ ਜੁੜੇ ਹੁੰਦੇ, ਬਾਅਦ 'ਚ ਮੇਲੇ ਬਣਦੇ ਮੇਲੇ ਰਹਿ ਜਾਂਦੇ ਆ। ਕਬੱਡੀਆਂ ਬੇਸ਼ੱਕ ਸ਼ਹੀਦਾਂ ਦੇ ਨਾਂ ਤੇ ਪਾਈਆਂ ਜਾਂਦੀਆਂ ਸੀਗੀਆਂ, ਪਰ ਕਬੱਡੀਆਂ ਸ਼ਰਾਬ ਪੀਣ ਹੋਣ ਲੱਗ ਪਈ। ਇੰਗਲੈਂਡ 'ਚ ਵੀ ਕੁਝ ਵਾਪਰਿਆ, ਪਰ ਉਦੋਂ ਵੀ ਵਾਪਰਦਾ ਸੀ, ਲੋਕੀ ਨਸ਼ਾ ਪੱਤਾ ਕਰ ਲੈਂਦੇ ਸੀ। ਨਸ਼ੇ ਪੱਤੇ ਦੀ ਜਿਹੜੀ ਹੈਗੀ ਗੱਲ, ਇਹ ਦੁਨੀਆ 'ਚ ਅੱਜ ਦੀ ਤੁਰੀ ਹੁੰਦੀ। ਜਦੋਂ ਦੇਵਤਿਆਂ ਦੀ ਗੱਲ ਕਰਦੇ ਉਦੋਂ ਸੋਮਰਸ ਕਹਿ ਕੇ ਗੱਲ ਕਰ ਲੈਂਦੇ, ਪਰ ਉਦੋਂ ਵੀ ਸ਼ਰਾਬ ਚੱਲਦੀ ਸੀ। ਘਰਾਂ ਦੇ ਲੋਕੀ ਮੱਟਾਂ ਦੇ ਮੱਟ ਘਰਾਂ 'ਚ ਕੱਢ ਲੈਂਦੇ ਹੁੰਦੇ ਸੀਗੇ, ਪਰ ਕੈਮੀਕਲ ਨਸ਼ਾ ਨਹੀਂ ਸੀ ਹੁੰਦਾ ਜਿਹੜਾ ਅੱਜ ਨਸ਼ਾ ਉਦੋਂ ਨਸ਼ਾ ਹੁੰਦਾ ਸੀ ਜਿਹੜਾ ਜ਼ਮੀਨ 'ਚੋਂ ਪੈਦਾ ਹੁੰਦਾ, ਕੈਮੀਕਲ ਨਹੀਂ ਸੀ ਹੁੰਦੇ। ਉਹ ਓਡਾ ਨੁਕਸਾਨ ਨਹੀਂ ਸੀ ਕਰਦਾ ਜਿੱਦਾਂ ਨੁਕਸਾਨ ਕੈਮੀਕਲ ਨਸ਼ਾ ਕਰਦਾ। ਅੱਛਾ, ਸ਼ਰਾਬ ਪੀਤੀ ਪਰ ਸ਼ਰਾਬ ਬੇਸੁੱਧ ਕਰ ਦਿੰਦੀ ਬੰਦੇ ਦੀ। ਔਰ ਸਤਿਗੁਰੂ ਨੇ ਗੁਰਬਾਣੀ 'ਚ ਜ਼ਿਕਰ ਕੀਤਾ ਆ, ਸੋ ਮਦ ਮੂਲ ਨਾ ਪੀਚੀ ਜਿਤ ਬਰਲ ਪਵੇ ਵਿਚਾਏ, ਆਪਣਾ ਪ੍ਰਾਣਾ ਸੁਜੀ ਖਸਮੋ ਧੱਕੇ ਖਾਏ। ਕਿ ਉਹ ਸ਼ਰਾਬ, ਉਹ ਮਦ ਬਿਲਕੁਲ ਨਹੀਂ, ਉਹ ਨਸ਼ਾ ਬਿਲਕੁਲ ਨਹੀਂ ਕਰਨਾ ਚਾਹੀਦਾ। ਜਿਤ ਬਰਲ ਪਵੇ ਵਿਚਾਏ, ਜਿਹੜੀ ਸਰੀਰ ਦੇ ਅੰਦਰ ਬਰਲ ਪਾ ਦੇਵੇ, ਆਪਣਾ ਪ੍ਰਾਣਾ ਸੁਜੀ ਬੇਹੋਸ਼ ਕਰ ਦੇਵੇ, ਆਪਣਾ ਪ੍ਰਾਣਾ ਸੁਜੀ ਆਪਣੇ ਤੇ ਪਰਾਏ ਦੀ ਪਛਾਣ ਨਾ ਰਹੇ, ਖਸਮੋ ਧੱਕੇ ਖਾਏ। ਪ੍ਰਮਾਤਮਾ ਆਪਣੇ ਦਰਬਾਰ 'ਚੋਂ ਧੱਕੇ ਮਾਰ ਕੇ ਕਰ ਦਿੰਦਾ ਜਦੋਂ ਤੈਨੂੰ ਆਪਣੀ ਸੁੱਧ ਹੀ ਨਹੀਂ ਰਹੀ। ਜਦੋਂ ਤੂੰ ਜਾਗਤ ਅਵਸਥਾ 'ਚ ਰਿਹਾ ਹੀ ਨਹੀਂ, ਉਦੋਂ ਜਾਗਤ ਜੋਤ ਨੂੰ ਕੀ ਜਾਣੇਗਾ? ਤੇਰੀ ਜੋਤ ਜਗੀ ਖਤਮ ਹੀ ਹੋ ਗਈ। ਜਦੋਂ ਨਸ਼ੇ ਕਰ ਦਿੰਦੇ ਆ ਜਿਹੜੀ ਗੱਲ, ਤੇ ਫਿਰ ਪ੍ਰਮਾਤਮਾ ਨੇ ਦਰਬਾਰ 'ਚੋਂ ਕਰ ਦੇਣਾ। ਸੋ ਮਤ ਬੂਲ ਨਾ ਪੀਚੀ, ਹੁਕਮ ਹੈ ਸਤਿਗੁਰ ਦਾ, ਪਰ ਪੀਣ ਵਾਲੇ ਪੀਂਦੇ ਆ। ਤੇ ਇਹ ਕਪੂਰੇ ਹੁਣੀ ਦੇ ਸ਼ਰੀਕ ਸ਼ਰਾਬੀ ਹੋਏ ਆਪਸ ਵਿੱਚ ਲੜ ਪਏ। ਪਹਿਲਾਂ ਇੱਕ ਦੂਜੇ ਨੂੰ ਗਾਲਾਂ ਗੁਲਾਂ ਕੱਢੀਆਂ, ਖੰਗੂਰੇ ਮਾਰੇ, ਖੰਗੂਰੇ ਤੋਂ ਲੜਾਈ, ਪਿੰਡਾਂ 'ਚ ਖੰਗੂਰੇ ਤੋਂ ਲੜਾਈ ਹੋ ਜਾਂਦੀ ਸੀ। ਕਹਿੰਦਾ ਤੂੰ ਮੇਰੇ ਮੂਹਰੇ ਖੰਗੂਰਾ ਮਾਰ ਕੇ ਕਿਉਂ ਲੰਘਿਆ? ਖਾਸ ਕਰਕੇ ਸ਼ਰੀਕ ਜੇ ਲੰਘੇ ਤਾਂ ਉਹ ਖੰਗੂਰੇ ਤੋਂ ਉਹਨੇ ਕਹਿਣਾ ਅੱਛਾ ਤੂੰ ਖੰਗੂਰੇ, ਕਹਿੰਦਾ ਮੈਂ ਤਾਂ ਗੱਲ ਕੱਢ ਦੇਣੀ ਉਹਨੇ। ਜਦੋਂ ਉਹਨੇ ਗਾਲ ਕੱਢ ਦੇਣੀ ਉਹਨੇ ਡਾਂਗ ਮਾਰ ਦੇਣੀ। ਸੋ ਡਾਂਗਾਂ ਤੋਂ ਬਾਅਦ ਵਿੱਚ ਹੌਲੀ ਹੌਲੀ ਘਸੁੰਨ ਮੁੱਕੇ ਚੱਲਣੇ, ਪਹਿਲਾਂ ਫਿਰ ਡਾਂਗਾਂ ਚੱਲਣੀਆਂ, ਫਿਰ ਕੁਰਬਾਨਾਂ ਵੀ ਨਿਕਲਣੀਆਂ, ਗੋਲੀਆਂ ਵੀ ਚੱਲ ਜਾਣੀਆਂ। ਇਦਾਂ ਜੰਗਾਂ ਲੜਾਈਆਂ ਹੋ ਜਾਂਦੀਆਂ ਹੁੰਦੀਆਂ ਸੀ। ਹੁਣ ਕੁਛ ਘਟੀਆਂ ਤੇ ਉਦੋਂ ਵੀ ਹੁੰਦੀਆਂ ਸੀਗੀਆਂ, ਤੇ ਮੇਲਿਆਂ 'ਚ ਸਿਰ ਪਾੜਦੇ ਹੁੰਦੇ ਸੀਗੇ। ਇਸੇ ਕਰਕੇ ਸਾਡੀ ਕਹਾਵਤ ਬਣੀ ਹੋਈ ਕਿ ਭਰਿਆ ਮੇਲਾ ਹੀ ਛੱਡਿਆ ਚੰਗਾ ਹੁੰਦਾ। ਤੇ ਜਦੋਂ ਮੇਲਾ ਵਿਛੜਨ ਲੱਗਦਾ ਨਾ, ਉਦੋਂ ਕੁਛ ਨਾ ਕੁਛ ਹੋ ਜਾਂਦਾ ਹੁੰਦਾ, ਕਿਉਂਕਿ ਉਦੋਂ ਤੱਕ ਲੋਕੀ ਸ਼ਰਾਬੀ ਕਬਾਬੀ ਹੋ ਜਾਂਦੇ ਆ। ਸੋ ਮੇਲਾ ਵਿਛੜਨ ਲੱਗਿਆ ਦੋਵਾਂ ਤਰ੍ਹਾਂ ਦੇ ਵਿੱਚ, ਪਹਿਲਾਂ ਖੰਗੂਰੇ ਵੱਜੇ, ਫਿਰ ਬੜਕਾਂ ਵੱਜੀਆਂ, ਫਿਰ ਡਾਂਗਾਂ ਚੱਲੀਆਂ, ਫਿਰ ਕਿਰਪਾਨਾਂ ਵੀ ਚੱਲ ਪਈਆਂ ਉਹਨਾਂ ਦੇ ਵਿੱਚ। ਤੇ ਜਦੋਂ ਇਹ ਖਬਰ ਦੋਵਾਂ ਧਿਰਾਂ ਦੇ ਵਿੱਚ ਚੱਲੀ, ਦੋਨੇ ਧਿਰਾਂ ਹੁਣ ਉਹਦੇ ਸ਼ਰੀਕ ਵੀ ਤੇ ਕਪੂਰੇ ਕੌਲ ਸੋਢੀ ਦੇ ਚੇਲੇ ਆਏ। ਤੇ ਕੌਲ ਸੋਢੀ ਕੋਲ ਜਦੋਂ ਖਬਰ ਪਹੁੰਚੀ ਤੇ ਉਹਨੇ ਆਪਣੇ ਪੁੱਤਰ ਅਭੈ ਰਾਮ ਨੂੰ, ਜਿਹੜਾ ਇੱਥੇ ਹੁਣ ਆਇਆ ਬੈਠਾ, ਉਹਨੂੰ ਕਿਹਾ ਵੀ ਤੂੰ ਕੁਝ ਬੰਦੇ ਲੈ ਕੇ ਜਾ, ਦੋਵਾਂ ਨੂੰ ਸਮਝਾ ਬੁਝਾ ਕੇ ਢਿਲਵਾਂ ਵਾਲੀ ਹੱਦ 'ਚੋਂ ਬਾਹਰ ਕੱਢ ਕੇ ਉਹਨੂੰ ਉਹਦੇ ਰਸਤੇ ਪਾਈ, ਉਹਨੂੰ ਉਹਦੇ ਰਸਤੇ ਪਾਈ। ਤੇਰਾ ਆਖੇ ਲੱਗੂਗੇ ਕਿ ਅਕਸਰ ਵੀ ਕੌਲ ਸੋਢੀ ਨੇ ਭੇਜਿਆ। ਅਭੈ ਰਾਮ ਦਾ ਵੀ ਲੋਕੀ, ਅਭੈ ਰਾਮ ਸੋਢੀ ਦਾ ਵੀ, ਜਾਂ ਸੋਢੀ ਅਭੈ ਰਾਮ ਦਾ ਵੀ ਲੋਕੀ ਕਹਿਣਾ ਮੰਨਦੇ ਸੀ। ਮੁਤਬਰ ਸੀਗਾ, ਸਾਰਾ ਕਾਰੋਬਾਰ ਇਹੀ ਚਲਾਉਂਦੇ ਸੀ, ਮੇਲੇ ਦੇ ਇੰਚਾਰਜ ਵੀ ਸੀਗੇ। ਇਹ 20-25 ਬੰਦੇ ਨਾਲ ਇਹਦੇ ਦੋਨੇ ਪੁੱਤਰ ਵੀ ਤੁਰ ਪਏ।
ਵੀ ਪਿਓ ਇਕੱਲੇ ਨੂੰ ਕਾਹਨੂੰ ਭੇਜਣਾ, ਜਵਾਨ ਪੁੱਤਰ ਸੀਗੇ। ਸ਼੍ਰੀ ਰਾਮ ਇੱਕ ਪੁੱਤਰ ਦਾ ਨਾਂ ਸੀ, ਦੂਜੇ ਪੁੱਤਰ ਦਾ ਨਾਂ ਸੀ ਪ੍ਰਜਾਪਤੀ। ਇਹ ਕੌਲ ਸੋਢੀ ਦੇ ਪੁੱਤਰ। ਮੈਂ ਖਾਨਦਾਨ ਦੀ ਗੱਲ ਬੇਸ਼ੱਕ ਕਰਦੇ ਹਾਂ। ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮੇਹਰਚੰਦ ਜੀ, ਮਿਹਰਬਾਨ ਦਾ ਪੁੱਤਰ ਹਰਜੀ, ਹਰਜੀ ਦਾ ਪੁੱਤਰ ਕੌਲ ਸੋਢੀ, ਕੌਲ ਸੋਢੀ ਦਾ ਪੁੱਤਰ ਅਪੈਰਾਮ ਦੇ ਪੁੱਤਰ ਸ਼੍ਰੀ ਰਾਮ ਤੇ ਪ੍ਰਜਾਪਤੀ। ਤੇ ਬਾਬਾ ਪ੍ਰਿਥੀ ਚੰਦ ਦਾ ਪਿਤਾ ਕੌਣ ਸੀ? ਗੁਰੂ ਰਾਮਦਾਸ। ਸੋ ਗੁਰੂ ਰਾਮਦਾਸ ਦੀ ਅੰਸ਼ ਸੀਗੀ, ਜੀ ਜੀ, ਗੁਰੂ ਗੋਬਿੰਦ ਸਿੰਘ ਵਾਲੀ ਅੰਸ਼ ਸੀਗੀ। ਜਾਣੀ ਕਿ ਖੀਰ ਤੇ ਜਾ ਕੇ ਗੁਰੂ ਰਾਮਦਾਸ ਤੇ ਪਹੁੰਚ ਕੇ ਦਾਦਾ ਪੜਦਾਦਾ ਇੱਕੋ ਜਾਂਦਾ ਸੀਗਾ, ਜਾਨੀ ਭਰਾ ਹੀ ਸੀਗੇ। ਇਦਾਂ ਕਰ ਜਦ ਇਸ ਤਰ੍ਹਾਂ ਭਤੀਜੇ ਗਾਂ ਦੀ ਚੱਲ ਪਈਆਂ ਜਦੋਂ ਪੀੜੀਆਂ, ਭਤੀਜੇ ਜਾਂ ਭਤੀਜੇ ਦੇ ਪੁੱਤਰ ਸੀਗੇ ਅਪੈਰਾਮ ਹੁਣੀ। ਸੋ ਅਪੈ ਸਿੰਘ ਕਹਿ ਦੇਣਾ ਚਾਹੀਦਾ, ਹੁਣ ਅੰਮ੍ਰਿਤ ਛਕ ਲਿਆ। ਤੇ ਇਹ ਨਾਲ ਸ਼੍ਰੀ ਰਾਮ ਵੀ ਤੁਰ ਪਿਆ ਤੇ ਪ੍ਰਜਾਪਤੀ ਵੀ ਤੁਰ ਪਿਆ। ਉਦੋਂ ਅੰਮ੍ਰਿਤ ਨਹੀਂ ਛਕਿਆ ਲੈ, ਜਦੋਂ ਦੀ ਗੱਲ ਦੱਸ ਰਿਹਾ। ਜਦੋਂ ਪਿਓ ਦੇ ਨਾਲ ਦੋਨੇ ਪੁੱਤਰ ਜਵਾਨ ਵੀ ਤੁਰ ਪਏ ਆ, ਸੱਜੇ ਖੱਬੇ ਉਹਦੇ, ਬਈ ਅਸੀਂ ਜਾ ਕੇ ਨਾਲ ਸਮਝਾਉਂਦੇ, ਪਿਤਾ ਨੂੰ ਇਕੱਲੇ ਨੂੰ ਨਹੀਂ ਭੇਜਦੇ, ਸ਼ਰਾਬੀਆਂ ਬੰਦੇ ਦਾ ਕੀ ਹੁੰਦਾ ਆ। ਹਾਂਜੀ ਹਾਂਜੀ, ਇਹ ਦੋਨੇ ਤੁਰ ਪਏ ਤੇ ਉਹਨਾਂ ਨੂੰ ਜਾ ਕੇ ਸਮਝਾਇਆ, ਉਹਨਾਂ ਨੂੰ ਕਿਹਾ ਵੀ ਚਲੋ ਜੀ ਤੁਸੀਂ ਨਿਕਲੋ। ਤੇ ਜਿਹੜੇ ਦੂਜੇ ਸ਼ਰੀਕ ਸੀ ਕਪੂਰੇ ਦੇ, ਹਾਂਜੀ, ਉਹ ਥੋੜੇ ਗਿਣਤੀ 'ਚ ਵੀ ਥੋੜੇ ਸੀ। ਕਪੂਰੇ ਦਾ ਪਾਸਾ ਭਾਰਾ ਸੀਗਾ, ਕਿਲੇ ਕਰਕੇ ਇਹਦੇ ਨਾਲ ਬੰਦੇ ਵੀ ਜ਼ਿਆਦਾ ਸੀਗੇ। ਉਹ ਤਾਂ ਆਖੇ ਲੱਗ ਕੇ ਤੁਰ ਪਏ। ਤੇ ਕਪੂਰੇ ਦੇ ਜਿਹੜੇ ਬੰਦੇ ਸੀਗੇ ਜਿਨ੍ਹਾਂ ਕੋਲ ਬੰਦੂਕਾਂ ਵਗੈਰਾ ਸਾਰਾ ਕੁਝ ਹੀ ਤਿਆਰ ਹੋ ਕੇ ਆਏ ਸੀਗੇ ਸ਼ਰਾਰਤ ਕਰਨ ਦੇ ਲਈ, ਉਹ ਕਹਿੰਦੇ ਤੁਸੀਂ ਸਾਨੂੰ ਕੱਢਣ ਵਾਲੇ ਕੌਣ ਹੁੰਦੇ ਆ? ਜੀ ਜੀ, ਸਾਡੀ ਮਰਜ਼ੀ, ਜਾਈਏ ਨਾ ਜਾਈਏ। ਅੱਛਾ, ਉਹ ਬੰਦੇ ਜਿਹੜੇ ਸ਼ਰਾਬੀ, ਕਪੂਰਾ ਨਹੀਂ, ਉਹਦੇ ਨਾਲ ਦੇ ਬੰਦੇ ਨੇੜੇ ਤੇੜੇ ਮੁੱਦਬਰ ਜਿਹੜੇ ਸੀ, ਉਹ ਅੜ ਗਿਆ। ਤੇ ਜਦੋਂ ਆਪਾਂ ਰਾਮ ਦੇ, ਜਦੋਂ ਸ਼੍ਰੀ ਰਾਮ ਨੇ ਜਦੋਂ ਇਦਾਂ ਬੋਲਿਆ ਤੇ ਸ਼੍ਰੀ ਰਾਮ ਨੂੰ ਮੋਹਰੇ ਹੋ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਗੱਲ ਮੰਨਦਾ ਕਿਉਂ ਨਹੀਂ। ਉਹਨੇ ਬੰਦੂਕ ਕਹਿੰਦਾ ਗੋਲੀ ਮਾਰ ਦੂੰਗਾ। ਤੇ ਉਹਦੇ ਕੋਲ ਘੋੜਾ ਨੱਪਿਆ ਗਿਆ ਜਾਂ ਘੋੜਾ ਨੱਪ ਹੋ ਗਿਆ ਤੇ ਗੋਲੀ ਸਿੱਧੀ ਸ਼੍ਰੀ ਰਾਮ ਦੇ, ਜਾਣੀ ਭੈ ਰਾਮ ਦੇ ਪੁੱਤਰ ਦੇ ਕੌਲ ਸੋਢੀ ਦੇ ਪੋਤੇ ਦੀ ਸਿੱਧੀ ਛਾਤੀ ਜਾ ਕੇ ਵੱਜੀ ਤੇ ਪਾਰ ਕਰ ਗਈ ਦਿਲ ਜੀ। ਉੱਥੇ ਫੁੜ ਕੇ ਡਿੱਗ ਪਿਆ ਤੇ ਪ੍ਰਾਣ ਤਿਆਗ ਦਿੱਤੇ। ਜਦੋਂ ਉਹਦੇ ਬੰਦੂਕ ਏਦਾਂ ਫੜੀ ਹੋਈ ਤੇ ਉਹਦੇ ਭਰਾ ਹੁਣ ਡਿੱਗਾ ਦੇਖਿਆ ਤੇ ਗੋਲੀ ਚਲਦੀ ਦੇਖੀ ਤੇ ਪ੍ਰਜਾਪਤ ਗਾਂ ਨੂੰ ਵੱਧ ਕੇ ਹੋਇਆ ਜੀ। ਉਹਦੀ ਬੰਦੂਕ ਜਾ ਕੇ ਫੜ ਲਈ ਮੂਹਰੇ ਨਾਲ ਹੀ। ਉਦੋਂ ਇੱਕ ਗੋਲੀ ਹੁੰਦੀ ਹੈ, ਬੋਰ ਵਾਲੀ ਗੋਲੀ ਹੁੰਦੀ ਸੀ ਉਦੋਂ। ਇੱਕ ਤੋਂ ਬਾਅਦ ਉਹਨੂੰ ਜਦ ਉਹਦੀ ਜਾ ਕੇ ਜਦੋਂ ਰੱਖਣ ਲੱਗਾ ਦੋ, ਜਾਣੀ ਕਿ ਆਪਣੇ ਵੱਲੋਂ ਹਥਿਆਰ ਕੱਢਿਆ ਤੇ ਦੂਜਾ ਜਿਹੜਾ ਉਹਦਾ ਸਾਥੀ ਸੀਗਾ ਉਹਨੇ ਗੋਲੀ ਪ੍ਰਜਾਪਤੀ ਦੇ ਉੱਤੇ ਚਲਾਤੀ। ਠੀਕ, ਪ੍ਰਜਾਪਤੀ ਦੀ ਵੀ ਗੋਲੀ ਚੱਲੀ, ਉਹ ਡਿੱਗ ਪਿਆ ਪਰ ਉਹਦੇ ਗੋਲੀ ਲੰਘ ਗਈ ਮੋਢੇ ਮੱਢ ਤੋਂ ਜਿੱਦਾਂ ਮਰਜੀ, ਜਾਣੀ ਕਿ ਪ੍ਰਜਾਪਤੀ ਵੀ ਡਿੱਗ ਪਿਆ। ਤੇ ਇਹ ਜਦੋਂ ਦੇਖਿਆ ਇਹ ਸਾਰਾ ਕੁਝ ਹੋ ਗਿਆ ਅਚਨਚੇਤੀ ਇੱਕਦਮ। ਹਾਂਜੀ, ਗਿਰਮਿਥ ਕੀ ਨਹੀਂ ਹੋਇਆ ਅਚਨਚੇਤੀ। ਹੁਣ ਭੈ ਰਾਮ ਜਿਹੜਾ ਸੀਗਾ ਸੋਢੀ, ਉਹ ਵੀ ਇੱਕਦਮ ਅਚਨਚੇਤੀ ਘਬਰ ਗਿਆ ਵੀ ਇਹ ਕੀ ਹੋ ਗਿਆ ਆ। ਅਸੀਂ ਤਾਂ ਸਮਝਾਉਣਾ ਸੀ, ਲੜਨਾ ਸੀ ਕਿ ਸਮਝਾਉਣਾ ਸੀ। ਤੇ ਕਪੂਰਾ ਵੀ ਘਬਰ ਗਿਆ। ਕਪੂਰੇ ਨੇ ਆਪਣੇ ਬੰਦੇ ਨੂੰ ਦਵਾ ਕਿਹਾ ਵੀ ਭੱਜੋ ਦਵਾ ਦਵਾ ਇੱਥੋਂ। ਜੀ ਜੀ, ਕੌਲ ਸੋਢੀ ਵੱਡੀ ਸਮਰੱਥਾ ਵਾਲਾ ਬੰਦਾ ਆ, ਭੱਜੋ ਦਵਾ ਦਵਾ, ਆਪਾਂ ਕੋਟਕਪੂਰੇ ਜਾ ਕੇ ਕਿਲਾ ਬੰਦਾ ਆਪਣੇ ਆਪ ਨੂੰ ਕਰ ਲਈਏ, ਨਹੀਂ ਤਾਂ ਮਰ ਜਾਵਾਂਗੇ। ਇਹ ਉੱਥੋਂ ਭੱਜ ਪਿਆ ਦਵਾ ਦਾ ਆਪਣੇ ਕਿਲੇ ਵਾਲ ਨੂੰ ਆਪਣਾ ਇੰਤਜ਼ਾਮ ਕਰਨ ਲਈ। ਤੇ ਇਹ ਵੀ ਅਪੈਰਾਮ ਸੀ, ਆਪਣੇ ਦੋਵਾਂ ਪੁੱਤਰਾਂ ਨੂੰ ਚੱਕ ਕੇ, ਇੱਕ ਮੋਇਆ ਪਿਆ ਤੇ ਇੱਕ ਸਹਿਕਦਾ ਜੀ, ਦੋਵਾਂ ਨੂੰ ਚੱਕ ਕੇ ਢਿਲਮਾਂ ਸੋਢੀਆਂ ਆਪਣੇ ਮਕਾਮ ਦੇ ਉੱਤੇ ਲੈ ਆਇਆ, ਜਿੱਥੇ ਇਹਨਾਂ ਦਾ ਘਰ ਆ ਜਾਂ ਜਿੱਥੇ ਡੇਰਾ ਆ ਉੱਥੇ ਲੈ ਆਇਆ ਜੀ। ਹੁਣ ਕੌਲ ਸੋਢੀ ਨੇ ਦੇਖਿਆ ਪੋਤਾ ਮਰਿਆ, ਪੋਤਾ ਕਹਿੰਦੇ ਮੂਲ ਨਾਲੋਂ ਵਿਆਜ ਪਿਆਰੀ। ਅੱਛਾ, ਤੇ ਬੜਾ ਦੁੱਖ ਲਗਾਇਆ। ਤੇ ਜਦੋਂ ਉਹਦੇ ਲਈ ਸੰਸਕਾਰ ਦੀ ਤਿਆਰੀ ਹੋ, ਪ੍ਰਜਾਪਤ ਦੇ ਲਈ ਦਵਾ ਤਿਆਰੀ ਕਰਨੀ ਸ਼ੁਰੂ ਕੀਤੀ ਆ ਵੀ ਇਹਦਾ ਜ਼ਖਮ ਬੰਨੋ, ਖੂਨ ਨਿਕਲਣਾ ਹੋਵੇ, ਵੈਦ ਦਵਾ ਸੱਦਿਆ, ਉਹਦੇ ਜ਼ਖਮਾਂ ਦੀ ਬੰਨਣ ਦੀ ਗੱਲ ਕੀਤੀ ਜਾ ਰਹੀ, ਗੋਲੀ ਲੰਗੀ ਖੂਨ ਰੁਕਣ ਦੀ ਗੱਲ ਕੀਤੀ ਜਾ ਰਹੀ ਆ ਜੀ। ਤੇ ਦੂਜੇ ਬੰਨੇ ਹੁਣ ਉਹਨਾਂ ਦਿਨਾਂ 'ਚ ਅੱਜ ਵਾਂਗੂ ਇੱਥੇ ਇੰਗਲੈਂਡ ਵਾਲਾ ਸਿਸਟਮ ਤਾਂ ਹੈ ਨਹੀਂ, ਕੋਈ 10 ਦਿਨ 20 ਦਿਨ 25 ਦਿਨ ਵੀ ਮਹੀਨਾ ਬਾਅਦ ਹੀ ਸੰਸਕਾਰ ਹੋ ਜਾਂਦੇ ਆ। ਪਰ ਉਦੋਂ ਇਦਾਂ ਦਾ ਨਹੀਂ, ਉਦੋਂ ਉਸੇ ਵੇਲੇ ਸੂਰਜ, ਜਦੋਂ ਕਿਸੇ ਦੀ ਇਦਾਂ ਕੋਈ ਗੱਲ ਹੋਈ ਸੂਰਜ ਛਿਪਣ ਤੋਂ ਪਹਿਲਾਂ ਸੰਸਕਾਰ ਕਰਨ ਦੀ ਪਿਰਤ ਹੁੰਦੀ ਸੀ, ਰਾਤ ਨੂੰ ਲੋਥ ਨਹੀਂ ਸੀ ਰੱਖਦੇ ਹੁੰਦੇ ਜੀ। ਤੇ ਹੁਣ ਸੂਰਜ ਛਿਪਣ ਦਾ ਟਾਈਮ ਤੇ ਉਹਦੇ ਸੋ ਸ਼੍ਰੀ ਰਾਮ ਦੇ ਸੰਸਕਾਰ ਦੀ ਗੱਲ ਚੱਲਣ ਲੱਗੀ, ਉਹਦੀ ਦੀ ਚਿਖਾ ਤਿਆਰ ਹੋ ਗਈ ਆ, ਉੱਥੇ ਜੁੜੀ ਆ। ਤੇ ਬੜੇ ਦੁੱਖ ਦੇ ਵਿੱਚ ਵੀ ਆ, ਪਰ ਕੌਲ ਸੋਢੀ ਬੋਲੇ ਨਹੀਂ, ਖਮੋਸ਼ ਰਹੇ। ਐਡਾ ਜੀਰਾ ਹੈਗਾ ਆ, ਅਕਸਰ ਗੁਰੂ ਪਰਿਵਾਰ ਚੋਂ ਆ, ਐਡਾ ਜੀਰਾ ਰੱਖ ਕੇ ਬੜੇ ਖਮੋਸ਼ ਰਿਹਾ। ਤੇ ਪੁੱਤਰ ਲਈ ਚਿਖਾ ਤਿਆਰ ਕਰਦੀ ਵਿੱਚ ਚੇਤੀ ਹੋਇਆ ਕੋਈ ਗੱਲ, ਚਿਖਾ ਤਿਆਰ ਹੋ ਗਈ ਆ। ਜਦੋਂ ਚਿਖਾ ਤਿਆਰ ਕਰਕੇ ਸ਼੍ਰੀ ਰਾਮ ਨੂੰ ਉੱਤੇ ਰੱਖਿਆ ਤੇ ਕੌਲ ਸੋਢੀ ਕਹਿੰਦੇ ਰੁਕੋ, ਮੇਰਾ ਦਿਲ ਬਾਹਰ ਨੂੰ ਆ ਰਿਹਾ ਜੀ, ਮੇਰੀਆਂ ਅੰਦਰਾਂ ਬਾਹਰ ਨੂੰ ਆ ਰਹੀਆਂ, ਰੁਕੋ ਜਰਾ, ਮੈਨੂੰ ਲੱਗਦਾ ਕੋਈ ਹੋਰ ਭਾਣਾ ਵਾਪਰਨ ਵਾਲਾ। ਜਦੋਂ ਕੌਲ ਸੋਢੀ ਨੇ ਭਾਣਾ ਕਿਹਾ ਤੇ ਰੁਕੋ, ਹਲੇ ਅੱਗ ਨਾ ਲਾਇਓ। ਹਾਂਜੀ, ਤੇ ਆ ਕੇ ਘਰੋਂ ਭੱਜੇ ਆਏ ਨੌਕਰ ਨੇ, ਜਿਹੜਾ ਘਰ ਦਾ ਘਰੇਲੂ ਨੌਕਰ ਸਲਾਹ ਦੀ ਪ੍ਰਜਾਪਤੀ ਵੀ ਚੱਲ ਵਸਿਆ, ਲਖਨਊ ਰੁਕਿਆ ਨਹੀਂ, ਗੋਲੀ ਵੱਜੀ ਸੀ ਉਹਦੇ, ਉਹ ਵੀ ਚੱਲ ਵਸਿਆ, ਕਹਿੰਦੇ ਉਹਨੂੰ ਵੀ ਲੈ ਆਓ ਫਿਰ। ਠੀਕ, ਤੇ ਰੋਂਦੇ ਪਿੱਟਦੇ ਜਿਹੜੀਆਂ ਬੀਬੀਆਂ ਮਾਈਆਂ ਭਾਈਆਂ ਜਿਹੜੀਆਂ ਹੁੰਦੀਆਂ ਰੋਂਦੇ ਪਿੱਟਦੇ ਸਾਰੇ ਉਹਨੂੰ ਲੈ, ਤੇ ਉਸੇ ਇੱਕੋ ਹੀ ਚਿਖਾ ਦੇ ਉੱਤੇ ਦੋਨਾਂ ਪੋਤਿਆਂ ਦਾ ਰੱਖ ਕੇ ਕੌਲ ਸੋਢੀ ਨੇ ਸੰਸਕਾਰ ਕਰਤਾ। ਅਬੇ ਰਾਮ ਦੇ ਪੁੱਤਰ ਨੇ, ਜਿਹੜਾ ਹੁਣ ਅਬੇ ਬਾਅਦ ਚ ਆ ਕੇ ਜਿਹਨੇ ਅੰਮ੍ਰਿਤ ਛਕਿਆ, ਹਾਂਜੀ, ਉਹਦਾ ਸੰਸਕਾਰ ਕਰਤਾ। ਬੜੀ ਵੱਡੀ ਦੁੱਖ ਦੀ ਗੱਲ ਹੈ ਜੀ। ਤੇ ਜਦੋਂ ਦੋਵਾਂ ਦਾ ਸੰਸਕਾਰ ਕਰਨ ਲੱਗੇ ਤੇ ਉਦੋਂ ਕੌਲ ਸੋਢੀ ਨੇ ਕਿਹਾ, ਉਹ ਕਪੂਰਿਆ, ਉਹ ਮੈਂ ਤੇਰੀਆਂ ਜੜ੍ਹਾਂ ਲਾਉਣ ਦੇ ਲਈ ਅਰਦਾਸਾਂ ਕਰਦਾ ਰਿਹਾ ਜੀ ਜੀ, ਸਵੇਰੇ ਸ਼ਾਮ ਅਰਦਾਸਾਂ ਕੀਤੀਆਂ
ਤੇ ਤੂੰ ਤੇਰੀਆਂ ਜੜ੍ਹਾਂ ਲੱਗੀਆਂ ਰਹਿਣ ਜੀ ਤੇ ਤੂੰ ਕੀਤਾ ਕੀ, ਤੂੰ ਮੇਰੀਆਂ ਜੜ੍ਹਾਂ ਪੜ ਦਿੱਤੀਆਂ, ਹਾਂਜੀ ਮੇਰੇ 2 ਪੋਤੇ ਇੱਕੋ ਵਾਰੀ ਮਾਰ ਦਿੱਤੇ ਆ, ਜਾ ਅੱਜ ਤੋਂ ਤੇਰੇ ਲਈ ਅਰਦਾਸਾਂ ਬੰਦ, ਤੇਰੀਆਂ ਜੜ੍ਹਾਂ ਪੱਟੀਆਂ ਗਈਆਂ। ਜੀ ਗੁਰੂ ਗੋਬਿੰਦ ਸਿੰਘ ਇੱਥੇ ਕਹਿ ਕੇ ਜਿਹੜਾ ਪੱਟੀ ਤੋਂ ਉਦੋਂ ਸੀ ਕਹਿੰਦੀ ਅਸੀਂ ਆਪਣੇ ਅੰਦਰ ਲਾਈਆਂ ਹੋਈਆਂ ਆ, ਹਾਂਜੀ ਪਰ ਲੈ ਅੱਜ ਤੋਂ ਤੂੰ ਸਾਡੀਆਂ ਆਂਦਰਾਂ ਨੂੰ ਹੱਥ ਪਾਇਆ। ਗੁਰੂ ਗੋਬਿੰਦ ਸਿੰਘ ਦਾ ਬਚਨ ਤੋਂ ਸਾਨੂੰ ਸਮਝ ਨਹੀਂ ਆਇਆ, ਸਾਡੀਆਂ ਆਂਦਰਾਂ ਨੂੰ ਹੱਥ ਪੈ ਗਿਆ ਆ ਤੇ ਜਾ ਤੇਰੀਆਂ ਜੜ੍ਹਾਂ ਅਸੀਂ ਪੜ ਦਿੱਤੀਆਂ ਅੱਜ। ਗੁਰੂ ਗੋਬਿੰਦ ਸਿੰਘ ਦਾ ਬਚਨ ਹੁਣ ਸੱਚਾ ਹੋਊਗਾ ਤੇ ਬਚਨ ਗੁਰੂ ਗੋਬਿੰਦ ਸਿੰਘ ਦਾ ਇਹ ਵੀ ਸੱਚਾ ਹੋਊਗਾ, ਤੈਨੂੰ ਤੁਰਕ ਮਾਰਨਗੇ ਸੂਲੀ ਚਾੜ ਕੇ, ਤੇ ਜਿਹੜਾ ਤਬੂਰ ਆ ਨਾ, ਤਬੂਰ ਮੀਨਸ ਗੰਦ ਦਾ ਬਣਾ ਕੇ ਥੈਲਾ ਜਾਂ ਤੇਰੇ ਮੂੰਹ ਤੇ ਵੀ ਲਾਉਣਗੇ। ਇਹ ਗੁਰੂ ਗੋਬਿੰਦ ਸਿੰਘ ਦੇ ਬਚਨ ਸੱਚ ਹੋਣੇ ਆ। ਤੇ ਇਹ ਹੁਣ ਕੌਲ ਸੋਢੀ ਨੇ ਆਪਣਾ ਜਿਹੜੀ ਉਹ ਪ੍ਰੋਟੈਕਸ਼ਨ ਲਈ ਅਰਦਾਸਾਂ ਕਰਦਾ ਸੀ, ਗੁਰੂ ਅਰਦਾਸਾਂ ਫਿਰ ਵੀ ਗੁਰੂ ਮੂਹਰੇ ਕਰਨੀਆਂ, ਜੀ ਉਹ ਅਰਦਾਸਾਂ ਉਹਨੇ ਉਸ ਟਾਈਮ ਤੋਂ ਸਾਰੀਆਂ ਜਿੰਨੀਆਂ ਕੀਤੀਆਂ ਸਾਰੀਆਂ ਵਾਪਸ ਲੈ ਲਈਆਂ। ਠੀਕ ਸਤਿਗੁਰੂ ਦੇ ਬਚਨ ਦੀ ਸਮਰੱਥਾ ਸਮਰੱਥਾ ਹਾਂਜੀ ਵੀ ਜਦੋਂ ਤੇਰੀਆਂ ਆਂਦਰਾਂ ਨੂੰ ਹੱਥ ਪਾਉਣਾ ਪੂਰਾ, ਜੀ 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 ਉਦੋਂ ਤੂੰ ਆਪੇ ਆਪਣੀ ਜੜ੍ਹਾਂ ਦੀਆਂ ਪੱਟ ਦੇਣੀਆਂ ਆ। ਸੋ ਇਹਨੇ ਜੀ ਇਹ ਗੱਲ ਕਹਿ ਦਿੱਤੀ ਹੈ ਹਾਂਜੀ। ਹੁਣ ਥੋੜਾ ਸਮਾਂ ਪਿਆ ਆ, ਹਾਂਜੀ ਕਪੂਰੇ ਦੀ ਸ਼ਕਤੀ ਘਟ ਗਈ ਆ, ਕਿਉਂਕਿ ਕੌਲ ਸੋਢੀ ਦੀ ਸ਼ਕਤੀ ਸੀ ਇਲਾਕੇ 'ਚ ਵਰਤਦੀ, ਹਾਂਜੀ ਉਹ ਨਾਲ ਸੀ, ਤੇ ਇਧਰੋਂ ਇਹਦੇ ਦੁਸ਼ਮਣ ਕੋਟ ਈਸੇ ਖਾਂ ਵਾਲੇ ਜਿਹੜਾ ਈਸੇ ਖਾਂ ਆ ਜੀ ਨਵਾਬ, ਉਹਨੂੰ ਪਤਾ ਲੱਗ ਗਿਆ ਵੀ ਕੌਲ ਸੋਢੀ ਨੇ ਇਹਦੀ ਮੱਤ ਤੋਂ ਹੱਥ ਹੁਣ ਖਿੱਚ ਲਿਆ ਆ, ਹਾਂਜੀ ਤੇ ਉਹਨੇ ਕਿਹਾ ਪੂਰਾ ਰਹਿ ਗਿਆ ਇਕੱਲਾ, ਹਾਂਜੀ। ਕੁਝ ਬੰਦੇ ਹੋਰ ਉਹਦੇ ਨਾਲ ਟੁੱਟ ਗਏ, ਸ਼ਰੀਕ ਉਹਨੇ ਨਾਲ ਸ਼ਰੀਕਾਂ ਨੇ ਜਾ ਕੇ ਕਿਹਾ ਆ ਵੀ ਸਾਡੇ ਨਾਲ ਵੀ ਇਦਾਂ ਹੋਈ ਆ, ਤੇ ਇਹ ਸ਼ਰੀਕਾਂ ਨੇ ਲਿਆ ਕੇ ਕੋਟ ਈਸੇ ਖਾਂ ਵਾਲੇ ਈਸੇ ਖਾਂ ਨੂੰ ਚਾੜ ਕੇ ਲਿਆਂਦਾ ਤੇ ਕਪੂਰਾ ਆਪਣੇ ਆਪ ਨੂੰ ਕਿਲੇ ਅੰਦਰ ਬੰਦ ਕਰ ਲਿਆ। ਹਾਂਜੀ ਇਹ ਕਿਲੇ ਅੰਦਰ ਜਦੋਂ ਦੇਖਿਆ ਵੀ ਹੁਣ ਕਿਲੇ ਦੇ ਗੇਟ ਕੋ ਟੁੱਟਣ ਲੱਗੇ, ਸਾਰਾ ਕੁਝ, ਮੇਰੇ ਸ਼ਰੀਕ ਵੀ ਉਹਦੇ ਨਾਲ ਰਲ ਗਏ ਆ, ਤੇ ਅੰਦਰ ਕਿਲੇ ਦੇ ਘਾਹ ਦੇ ਢੇਰ ਜਿਹੜੇ ਇਕੱਠੇ ਕੀਤੇ ਨਾ ਪਸ਼ੂਆਂ ਲਈ, ਜੀ 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 ਘਾਹ ਇਕੱਠਾ ਕੀਤਾ ਹੋਇਆ ਸੀਗਾ, ਕੁਝ ਕਪਾਹ ਦੀਆਂ ਛਿੜੀਆਂ ਪਈਆਂ ਸੀ, ਕੁਝ ਮੱਕੀ ਦੇ ਦਾਣੇ ਪਏ ਸੀ ਪਸ਼ੂਆਂ ਨੂੰ ਸੁੱਕਾ ਪਾਉਣਾ ਜਦੋਂ ਬਰਸਾਤਾਂ ਦੇ ਦਿਨਾਂ 'ਚ ਜਾਂ ਜਦੋਂ ਨਾ ਹੋਵੇ ਉਦੋਂ ਪਾਉਣ ਦੇ ਲਈ। ਹਾਂਜੀ ਤੇ ਕਪੂਰਾ ਡਰਦਾ ਹੋਇਆ ਜਾ ਕੇ ਫਿਰ ਜਦੋਂ ਦੇਖਿਆ ਵੀ ਕਿਲੇ ਦੇ ਗੇਟ ਵੀ ਟੁੱਟ ਗਿਆ ਤੇ ਦਵਾ ਦਾ ਵੀ ਸਾਰਾ ਕੁਝ ਛੱਡਿਆ ਤੇ ਉਹ ਘਾਹ ਦੇ ਵਿੱਚ ਜਾ ਕੇ ਲੁਕਿਆ ਠੀਕ ਕਪੂਰਾ। ਤੇ ਹੁਣ ਉਹ ਸ਼ਰੀਕ ਸੀਗੇ, ਉਹਨਾਂ ਨੂੰ ਪਤਾ ਸੀ, ਨਾਲ ਚੜ ਕੇ ਆਏ ਸੀਗੇ ਵੀ ਕਿੱਥੇ ਇੱਕ ਕਪੂਰਾ ਲੁਕ ਸਕਦਾ, ਉਹਨਾਂ ਨੇ ਕਿਸੇ ਨੇ ਦੇਖ ਲਿਆ ਤੇ ਉਹਨਾਂ ਨੂੰ ਘਾਹ ਦੇ ਵਿੱਚੋਂ ਲੁਕੇ ਪੈਣ ਨੂੰ ਉਹਨਾਂ ਨੇ ਖਿੱਚ ਲਿਆ ਹਾਂਜੀ ਜਿੱਦਾਂ ਖਿੱਚੀਦਾ ਹੁੰਦਾ, ਖਿੱਚ ਕੇ ਉਹਨਾਂ ਨੂੰ ਕਾਦ ਕਰ ਲਿਆ। ਤੇ ਈਸੇ ਖਾਂ ਕਹਿੰਦਾ, ਉਹ ਆਪ ਅੰਦਰ ਵੜਿਆ ਸੀਗਾ, ਉਹ ਕਹਿੰਦੇ ਕਪੂਰਿਆ ਚੰਗਾ ਯੋਧਾ ਕਹਾਉਂਦਾ ਤੂੰ ਆਪਣੇ ਆਪ ਨੂੰ, ਉਹ ਸੱਪਾਂ ਦੇ ਠੂਹਿਆਂ ਵਾਂਗੂ ਘਾਹ 'ਚ ਲੁੱਕ ਕੇ ਜਾਨ ਬਚਾਉਣ ਡਿਆ, ਕੁੱਕੜਾਂ ਵਾਂਗੂ ਲੁਕਿਆ। ਹਾਂ ਤੂੰ ਤਾਂ ਜੀ 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 ਤੂੰ ਕੁੱਕੜਾਂ ਵਾਂਗੂ ਸਿਰ ਲਕਾਉਣ ਡਿਆ, ਸੱਪਾਂ ਦੇ ਠੂਹਿਆਂ ਵਾਂਗੂ ਆਪਣੀ ਜਾਨ ਬਚਾਉਣ ਡਿਆ, ਤੈਨੂੰ ਸ਼ਰਮ ਆਉਣੀ ਚਾਹੀਦੀ, ਕਾਹਦਾ ਯੋਧਾ ਤੂੰ। ਜੀ ਇਹਨੂੰ ਫੜ ਕੇ ਕੈਦ ਕਰ ਲਿਆ। ਹਾਂਜੀ ਇਹਨੂੰ ਫੜ ਕੇ ਕੈਦ ਕਰਕੇ ਉਹ ਨਾਲ ਇਹਦੇ ਸ਼ਰੀਕਾਂ ਨੂੰ ਇਹਦਾ ਦੇਤਾ ਕਿਲਾ ਵੀ ਲਓ ਤੁਸੀਂ ਮੈਨੂੰ ਮਦਦ ਕਰਕੇ, ਮੈਂ ਦੁਸ਼ਮਣ ਨੂੰ ਮੈਨੂੰ ਫੜਾਇਆ ਆ ਕਿਲਾ, ਅੱਜ ਤੋਂ ਤੁਸੀਂ ਸੰਭਾਲਿਓ ਪਰ ਮੈਨੂੰ ਕਰ ਦਿੰਦੇ ਜਾਓ। ਜੀ ਜੀ ਤੇ ਉਹ ਇਹਨਾਂ ਨੂੰ ਛੱਡ ਗਏ ਤੇ ਆਪ ਆਪਣੀ ਫੌਜ ਲੈ ਕੇ ਜਿਹੜੀ ਲੈ ਕੇ ਆਇਆ ਸੀ ਜਾ ਰਿਹਾ ਵਾਪਸ। ਜਦੋਂ ਲੈ ਰਿਹਾ ਤੇ ਇੱਕ ਤਾਲ ਮੀਨ ਸਰੋਵਰ ਢਾਬ ਕਹਿਣੀ ਚਾਹੀਦੀ ਹੈ, ਹਾਂਜੀ ਤਾਲ ਮੀਨ ਤਲਾਬ, ਸਰੋਵਰ ਨਹੀਂ ਪਰ ਬਣਿਆ, ਸਰੋਵਰ ਨਹੀਂ, ਹਾਂਜੀ ਪੱਕਾ ਨਹੀਂ ਹੋਇਆ ਹੈਗਾ ਪਰ ਢਾਬ ਆ। ਉੱਥੋਂ ਜਦੋਂ ਘੋੜਿਆਂ ਨੂੰ ਪਾਣੀ ਪੂਣੀ ਪਿਆਉਣ ਲੱਗੇ, ਉੱਥੇ ਦਰਖਤਾਂ ਦੇ ਥੱਲੇ ਅਟਕੇ ਆ ਤੇ ਉੱਥੇ ਇਹਨੂੰ ਬੰਨਿਆ ਹੋਇਆ ਤੇ ਕਪੂਰੇ ਨੂੰ, ਤੇ ਕੋਟ ਈਸੇ ਖਾਂ ਕਹਿੰਦਾ ਇਸ ਗੀਦੀ ਨੂੰ ਨਾਲ ਲਿਆ ਕੇ ਕੀ ਕਰਾਂਗੇ, ਹਾਂਜੀ ਇਹਨੂੰ ਇੱਥੇ ਦਰਖਤ ਤੇ ਚੜ੍ਹ ਕੇ ਫਾਹਾ ਦੇ ਦਿਓ, ਠੀਕ ਹੈ, ਉੱਥੇ ਤਾਲ ਦੇ ਕੰਢੇ ਦੇ ਉੱਤੇ, ਜਦੋਂ ਘੋੜਿਆਂ ਨੂੰ ਪਾਣੀ ਪਿਆਉਣ ਲੱਗਾ ਆਪਣੇ ਸਿਪਾਹੀਆਂ ਨੂੰ ਕਹਿੰਦਾ। ਤੇ ਜਦੋਂ ਉਹਨੂੰ ਉੱਥੇ ਦਰਖਤ ਦੇ ਉੱਤੇ ਰੱਸਾ ਪਾ ਕੇ ਉਹਨੂੰ ਫਾਹਾ ਦੇਣ ਲੱਗਿਆ ਨਾ, ਇੱਥੇ ਕਹਿੰਦਾ ਗੋਲੀ ਵੀ ਬਰਬਾਦ ਨਹੀਂ ਕਰਨੀ, ਇਹਨੂੰ ਤਾਂ ਹਥਿਆਰ ਵੀ ਨਹੀਂ ਲਾਉਣਾ, ਐਡਾ ਗੀਦੀ ਆ, ਇਹ ਸੱਪਾਂ ਤੇ ਠੂਹਿਆਂ ਤੇ ਕੁੱਕੜਾਂ ਨੂੰ ਘਾਹ 'ਚ ਵੜ ਕੇ ਜਾਨ ਬਚਾਉਂਦਾ, ਕਾਹਦਾ ਯੋਧਾ ਇਹ, ਇਹਦੇ ਤੇ ਹਥਿਆਰ ਦੇ ਗੱਲ 'ਚ ਫਾਹਾ ਲਾ ਕੇ, ਜਿਹਦਾ ਹੱਕਦਾਰ ਆ ਇਹਨੂੰ ਫਾਹਾ ਲਾ ਕੇ ਮਾਰੋ, ਇੱਥੇ ਗੋਲੀ ਵੀ ਨਹੀਂ ਚਲਾਉਣੀ, ਇੱਥੇ ਕਿਰਪਾਨ ਵੀ ਨਹੀਂ, ਇੱਥੇ ਹਥਿਆਰ ਵੀ ਨਹੀਂ ਚੱਕਣਾ, ਇਹਦੇ ਹੱਥ ਨਹੀਂ ਚੱਕਣਾ, ਮੇਰੇ ਹੱਥ ਨਾਲ ਲੱਗਣਾ ਇਸ ਗੀਦੀ ਨੂੰ, ਮੇਰੇ 'ਚ ਕਿਤੇ ਨਾ ਉਹ ਗੀਦੀ ਪੁਣਾ ਜਾਵੇ, ਇਹਨੂੰ ਦਰਖਤ ਨਾਲ ਫਾਹੇ ਦੇ ਕੇ ਮਾਰੋ, ਇਹਨੂੰ ਇਸ ਦੇ ਲਾਇਕ ਆ, ਇਹ ਯੋਧੇ ਵਾਲੀ ਮੌਤ ਦੇ ਲਾਇਕ ਨਹੀਂ ਹੈਗਾ। ਜੀ 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 ਤੇ ਜਦੋਂ ਉਹਨੂੰ ਫਾਹਾ ਦੇਣ ਲੱਗੇ ਨਾ ਤੇ ਕਪੂਰੇ ਨੂੰ ਯਾਦ ਆ ਗਿਆ ਗੁਰੂ ਗੋਬਿੰਦ ਸਿੰਘ ਨੇ ਬਚਨ ਕਿਹਾ ਸੀਗਾ ਜੀ। ਕਪੂਰਾ ਕਹਿੰਦਾ ਇਦਾਂ ਕਰੋ, ਫਾਹਾ ਤੁਸੀਂ ਦੇਣ ਲੱਗੇ ਮੇਰੀ ਇੱਕ ਬੇਨਤੀ ਮੰਨ ਲਓ, ਹਾਂਜੀ ਕਿ ਉਹ ਤਬੂਰ ਨਾ ਗੰਦ ਦਾ ਵੀ ਉਹ ਵੀ ਮੇਰੇ ਮੂੰਹ ਤੇ ਬੰਨ ਦਿਓ, ਆਪੇ ਕਿਹਾ, ਆਪੇ ਕਹਿਤਾ ਜੀ ਵੀ ਉਹ ਵੀ ਮੇਰੇ ਮੂੰਹ ਤੇ ਬੰਨ ਦਿਓ, ਨਹੀਂ ਤਾਂ ਮੈਨੂੰ ਅਗਲਾ ਜਨਮ ਲੈਣਾ ਪੈਣਾ, ਜੇ ਸਤਿਗੁਰੂ ਦਾ ਬਚਨਾ, ਸਤਿਗੁਰੂ ਸਮਰੱਥ ਆ, ਉਹਦੇ ਬੋਲ ਪੂਰੇ ਹੋਣੇ ਆ, ਤੇ ਮੈਨੂੰ ਅਗਲਾ ਜਨਮ ਲੈ ਕੇ ਸਤਿਗੁਰੂ ਦੇ ਬਚਨ ਦੀ ਜਿਹੜੀ ਪਾਲਣਾ ਕਰਨੀ ਪਊਗੀ, ਫਿਰ ਤਬੂਰ ਵਜੂ ਮੈਨੂੰ ਹੁੰਡੇ ਲੈ ਦਿਓ, ਮੈਨੂੰ ਮਾਰ ਦਿਓ ਜੀ। ਸੋ ਉਹਨਾਂ ਨੇ ਤਬੂਰ ਦੇ ਕੇ ਉਹਨੂੰ ਮਾਰ ਦਿੱਤਾ ਹੈਗਾ। ਸਤਿਗੁਰੂ ਦਾ ਬਚਨ ਸੱਚਾ ਹੋਇਆ। ਤੇ ਇਹ ਗੱਲ ਜਦੋਂ ਸਤਿਗੁਰੂ ਨੂੰ ਦੱਸੀ ਨਾ ਉਹਨਾਂ ਨੇ, ਮੈਂ ਸਮਾਂ ਰਹਿ ਗਿਆ ਥੋੜਾ ਜਿਹਾ, ਮੈਂ ਉਹਦੀ ਗੱਲ ਸਮਾਪਤੀ ਕਰਾਂ। ਜਦੋਂ ਦੱਸੀ ਸਤਿਗੁਰੂ ਨੇ, ਫੇਰ ਵੀ ਅੰਤਮ ਸਮੇਂ ਉਹਨੇ ਸਾਡੇ ਬਚਨਾਂ ਤੇ ਵਿਸ਼ਵਾਸ ਕੀਤਾ ਆ ਔਰ ਯਕੀਨ ਰੱਖਿਆ, ਸਤਿਗੁਰੂ ਦੀ ਸਮਰੱਥਾ ਤੇ ਯਕੀਨ ਰੱਖਿਆ। ਉਹਦੇ ਪਿਛਲੇ ਜਿੰਨੇ ਪਾਪ ਕੀਤੇ ਸੀ, ਪਿਛਲੇ ਜਿੰਨੇ ਕਰਮ ਕੀਤੇ ਸੀਗੇ, ਉਹ ਤਾਂ ਕਰਮ ਬੰਦੇ ਹੁੰਦੇ, ਉਹ ਮੁਕਤ ਉਹਨਾਂ ਤੋਂ, ਉਹਨਾਂ ਦੀ ਸਜ਼ਾ ਉਹਨੂੰ ਮਿਲ ਗਈ ਆ, ਗਾਂ ਅੱਜ ਤੋਂ ਮੁਕਤ।
ਜੀ ਉਹਦਾ ਜਨਮਨ ਸਤਿਗੁਰੂ ਕਹਿੰਦੇ ਅੱਜ ਕੱਟ ਦਿੱਤਾ। ਜੀ, ਉੱਥੇ ਜੀ। ਬੈਠਿਆ ਸਤਿਗੁਰੂ ਨੇ ਉਹਦਾ ਜਨਮਨ ਕੱਟ ਦਿੱਤਾ। ਸੋ ਸਤਿਗੁਰੂ ਦੀ ਸਮਰੱਥਾ ਦੀ ਗੱਲ ਹੈ। ਸਤਿਗੁਰੂ ਦੇ ਬਚਨ ਦੇ ਉੱਤੇ ਜੇ ਤੁਸੀਂ ਯਕੀਨ ਲੈ ਕੇ ਰੱਖਦੇ ਆ, ਆਓ, ਹਾਂਜੀ। ਕਿੰਨੇ ਵੀ ਕਰਮ ਕਿਦਾਂ ਦੇ ਵੀ ਕੀਤੇ ਹੋਣ, ਜੇ ਤੁਸੀਂ ਯਕੀਨ ਲੈ ਕੇ ਆਉਣੇ ਤੇ ਸਤਿਗੁਰੂ ਜਨਮਨ ਆਵਾਗਮਨ ਕੱਟ ਸਕਦਾ। ਮੇਰੇ ਖਿਆਲ ਇਹੀ ਤੁਹਾਡਾ ਸਵਾਲ ਸੀ ਨਾ? ਬਿਲਕੁਲ ਸਮਾਂ ਹੋ ਗਿਆ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਸ ਐਪੀਸੋਡ ਵਿੱਚ ਇਹ ਹੈ ਕਿ ਸਤਿਗੁਰ ਕਿਰਪਾਲੂ ਵੀ ਹੈ, ਦਿਆਲੂ ਹੈ, ਬਖਸ਼ਾਂਦੀ ਹੈ, ਕਿਉਂਕਿ ਉਹਨੇ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਕੀਤਾ ਪਰ ਫਿਰ ਅੰਤ ਸਮੇਂ ਸਤਿਗੁਰੂ ਜੀ ਨੇ ਉਹਨੂੰ ਬਖਸ਼ ਦਿੱਤਾ। ਪ੍ਰੋਗਰਾਮ ਕਰਦੇ ਹਾਂ, ਹੋਈਆਂ ਗਲਤੀਆਂ ਦੀ ਮਾਫੀ ਮੰਗਦੇ ਹਾਂ। ਜਿੱਥੋਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਉੱਥੋਂ ਸ਼ੁਰੂਆਤ ਕਰਾਂਗੇ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देश वा पर मोहे है, शुभ कर्मन ते कभू न डरूं, न डरूं और सोच अब जाए लड़ूं, निश्चय कर अपनी जीत करूं।